ਰਾਮ ਸਰੂਪ ਅਣਖੀ ਦੀ ਕਹਾਣੀ ਹੈ। ਨਣਦ ਭਰਜਾਈ। ਨਣਦ ਭਰਜਾਈ ਦੋਵੇਂ ਦੁਖੀ ਸਨ। ਸੀਤੋ 30 ਸਾਲਾਂ ਦੀ ਹੋ ਚੁੱਕੀ ਸੀ। ਹਾਲੇ ਤੱਕ ਉਹਦਾ ਕਿਧਰੇ ਮੰਗਣਾ ਵਿਆਹ ਨਹੀਂ ਸੀ ਹੋਇਆ। ਉਹ ਪਿੰਡ ਦੇ ਮੁੰਡਿਆਂ ਤੋਂ ਖਰਾਬ ਵੀ ਹੋ ਚੁੱਕੀ ਸੀ। ਮਾਂ ਬਾਪ ਨਹੀਂ ਸੀ, ਭਰਾ ਉਹ ਵੀ ਸਾਰ ਨਾ ਲੈਂਦਾ, ਨਾ ਕੋਈ ਰਿਸ਼ਤੇਦਾਰ ਉਹਦੇ ਬਾਰੇ ਸੋਚਦਾ। ਮਾਮਿਆਂ ਨੂੰ ਵੀ ਕੋਈ ਫਿਕਰ ਨਹੀਂ ਸੀ। ਭਰਾ ਨੂੰ ਭੁੱਖੀ ਖਾਣ ਦਾ ਅਮਲ ਸੀ। ਜ਼ਮੀਨ ਥੋੜੀ ਸੀ, ਉਹ ਆਪ ਵਾਹੀ ਨਹੀਂ ਕਰਦਾ ਸੀ, ਹਿੱਸੇ ਤੇ ਦੇ ਕੇ ਰੱਖਦਾ। ਘਰ ਦਾ ਮਸਾਂ ਹੀ ਗੁਜ਼ਾਰਾ ਹੁੰਦਾ। ਸੀਤੋ ਨੂੰ ਘਰ ਚਾਹੀਦਾ ਸੀ, ਉਹਦਾ ਆਪਣਾ ਘਰ। ਪਿੰਡ ਦੇ ਮੁੰਡੇ ਤਾਂ ਆਪਣੀ ਹਵਸ ਪੂਰੀ ਕਰਦੇ ਤੇ ਉਹਦੇ ਹੱਥ ਕੁਝ ਰੁਪਏ ਫੜਾ ਜਾਂਦੇ। ਇਹ ਸਭ ਉਹਨੂੰ ਪਸੰਦ ਨਹੀਂ ਸੀ, ਪਰ ਉਹ ਮਜਬੂਰ ਸੀ। ਸਭ ਕਰਦੀ, ਸਭ ਚੱਲਦੀ। ਉਹਦੀਆਂ ਆਪਣੀਆਂ ਜ਼ਰੂਰਤਾਂ ਵੀ ਸੀ, ਕਿੱਥੋਂ ਪੂਰੀਆਂ ਕਰਦੀ। ਉਹ ਇਹ ਜ਼ਰੂਰਤਾਂ, ਤਨ ਢੱਕਣ ਨੂੰ ਕੱਪੜੇ ਚਾਹੀਦੇ ਸੀ, ਪੈਰਾਂ ਨੂੰ ਜੁੱਤੀ ਦੀ ਲੋੜ ਸੀ, ਹਾਰ ਸ਼ਿੰਗਾਰ ਦਾ ਸਮਾਨ ਵੀ ਮੁੱਲ ਮਿਲਦਾ ਹੈ। ਭਰਾ ਸਭ ਦੇਖਦਾ, ਪਰ ਅੱਖਾਂ ਮੀਚ ਛੱਡਦਾ। ਉਹਨੂੰ ਚੜੇ ਲੱਥੇ ਦੀ ਕੋਈ ਸਮਝ ਨਹੀਂ ਸੀ। ਸੁਖਦੇਵ ਤਾਂ ਐਡਾ ਬੇਸ਼ਰਮ ਸੀ, ਕਦੇ ਕਦੇ ਭੁੱਕੀ ਲਿਆਉਣ ਲਈ ਸੀਤੋ ਤੋਂ ਹੀ ਪੈਸੇ ਲੈ ਕੇ ਜਾਂਦਾ। ਗੇਲੋ ਨੂੰ ਉਹ ਮਾਰਦਾ ਕੁੱਟਦਾ, ਉਹਦੇ ਤੇ ਐਵੇਂ ਖਿਜਿਆ ਰਹਿੰਦਾ। ਚੱਜ ਨਾਲ ਉਹਨੂੰ ਬੁਲਾਉਂਦਾ ਚਲਾਉਂਦਾ ਵੀ ਨਹੀਂ ਸੀ। ਮਾੜੀ ਜੀ ਗੱਲ ਤੇ ਉਹਨੂੰ ਤੇ ਕੁੱਟ ਸੁੱਟਦਾ। ਉਹ ਰੁੱਸ ਕੇ ਪੇਕੀ ਉੱਠ ਜਾਂਦੀ। ਪੇਕਿਆਂ ਵਾਲੇ ਐਡੇ ਤਕੜੇ ਨਹੀਂ ਸੀ ਕਿ ਉਹ ਜਵਾਈ ਨੂੰ ਸਮਝਾ ਸਕਦੇ। ਦੋਵੇਂ ਸਾਲੇ ਆਏ ਵੀ 2-3 ਵਾਰੀ, ਉਹਨਾਂ ਸਾਹਮਣੇ ਤਾਂ ਸੁਖਦੇਵ ਸਾਊ ਬਣ ਜਾਂਦਾ। ਉਹਨਾਂ ਦੀ ਪੂਰੀ ਸੇਵਾ ਕਰਦਾ, ਠੰਡੇ ਸੀਲੇ ਕਰਕੇ ਤੋਰ ਦਿੰਦਾ। ਆਖਦਾ ਹੁਣ ਗਾਹਾਂ ਤੋਂ ਭੁੱਖੀ ਵੀ ਛੱਡੀ, ਗਾਂ ਵਾਲੀ ਤਾਣ ਹੈ। ਗੇਲੋ ਨੂੰ 5 ਦਿਨ ਆਖਣਾ ਸਭ ਬੰਦ। ਇਹ ਮੈਨੂੰ ਕੁਛ ਆਖੀ ਜਾਵੇ, ਮੈਂ ਨਹੀਂ ਬੋਲਣਾ। ਜੇ ਤੁਹਾਨੂੰ ਲਾਂਭਾ ਆ ਗਿਆ, ਜੋ ਮਰਜ਼ੀ ਕਰਿਓ। ਪਰ ਮਹੀਨੇ 20 ਦਿਨ ਬਾਅਦ ਹੀ ਉਹਦਾ ਫੇਰ ਉਹੀ ਹਾਲ। ਉਹਦਾ ਤਾਂ ਨਿੱਤ ਦਾ ਕਾਟੋ ਕਲੇਸ਼ ਸੀ। ਕੀ ਕਰਦੇ ਭਰਾ? ਗੇਲੋ ਨੂੰ ਸਮਝਾਉਣ ਲੱਗਦੇ, ਤੂੰ ਭਾਈ ਹਾਰ ਨਵਾਰ ਕਰ, ਕੱਟੀ ਜਾ, ਆਪੇ ਸਮਝੂ। ਕਦੀ ਇੱਕੋ ਜਿਹੇ ਦਿਨ ਸਦਾ ਨਹੀਂ ਰਹਿੰਦੇ ਹੁੰਦੇ। ਗੇਲੋ ਕਦੇ ਸੋਚਦੀ ਉਹ ਇਸ ਘਰ ਨੂੰ ਛੱਡ ਦੇਵੇ, ਕੋਈ ਹੋਰ ਉਹਨੂੰ ਆਪਣੇ ਘਰ ਵਸਾ ਲਵੇ, ਪਰ ਅਜਿਹਾ ਸੰਭਵ ਨਹੀਂ ਸੀ। ਵਿਆਹੀ ਵਰੇ ਬੰਦੇ ਉਹਦੇ ਨਾਲ ਖੇ ਖਾਂਦੇ, ਕੁਆਰੇ ਮੁੰਡੇ ਉਹਦੇ ਚੰਮ ਦੇ ਗਾਹਕ ਸੀ। ਉਹਨੂੰ ਘਰ ਵਸਾ ਕੇ ਕਿਸੇ ਨੇ ਕੀ ਕਰਨਾ ਸੀ? ਪੁਰਾਣਾ ਵਕਤ ਹੁੰਦਾ ਤਾਂ ਉਹ ਕਿਸੇ ਛੜੇ ਬੰਦੇ ਦੇ ਘਰ ਜਾ ਬੈਠਦੀ। ਛੜਾ ਬੰਦਾ ਪਿੰਡ 'ਚ ਹੁਣ ਕੋਈ ਰਿਹਾ ਹੀ ਨਹੀਂ ਸੀ। ਜ਼ਮੀਨ ਚਾਹੇ ਕਿੰਨੀ ਥੋੜੀ ਹੁੰਦੀ, ਨਾ ਵੀ ਹੁੰਦੀ, ਤਾਂ ਵੀ ਸਾਕ ਸਭ ਨੂੰ ਹੋ ਜਾਂਦਾ। ਉਹ ਚਿੱਤ 'ਚ ਹੱਸਦੀ ਵੀ, ਜਦੋਂ ਸੁਖਦੇਵ ਵਰਗਾ ਨਿਕੰਮਾ ਬੰਦਾ ਵਿਆਹਿਆ ਗਿਆ ਤਾਂ ਪਿੰਡ 'ਚ ਹੋਰ ਕੌਣ ਹੈ ਜਿਹਨੂੰ ਸਾਕ ਨਾ ਹੋਇਆ ਹੋਵੇ। ਕੁੜੀ ਵਾਲੇ ਮੁੰਡੇ ਦੇ ਕੰਮ ਨੂੰ ਦੇਖਦੇ ਕਿ ਉਹ ਉਹਨਾਂ ਦੀ ਧੀ ਨੂੰ ਰੋਟੀ ਦੇ ਸਕਦਾ, ਬਸ ਇੰਨਾ ਹੀ ਕਾਫੀ ਹੁੰਦਾ। ਗੇਲੋ ਕਿਸੇ ਪਾਸੇ ਦੀ ਵੀ ਨਹੀਂ ਸੀ। ਸੁਖਦੇਵ ਦੇ ਡੰਡੇ ਉਹਦੀ ਕਿਸਮਤ ਬਣ ਕੇ ਰਹਿ ਗਏ। ਸੁਖਦੇਵ ਭੁੱਖੀ ਖਾਂਦਾ, ਨਸ਼ੇ 'ਚ ਗੜੂੰਦ ਹੋਇਆ ਪਿਆ ਰਹਿੰਦਾ। ਪਿਸ਼ਾਬ ਕਰਨ ਮੰਜੇ ਤੋਂ ਉੱਠਦਾ ਬੌਂਦਲਿਆ ਜਿਹਾ, ਜਿਵੇਂ ਕਬਰ 'ਚੋਂ ਮੁਰਦਾ ਉੱਠ ਕੇ ਤੁਰ ਪਿਆ ਹੋਵੇ। ਨਣਦ ਭਰਜਾਈ ਦਾ ਭੇਤ ਸਾਂਝਾ ਸੀ। ਉਹ ਰਲ ਮਿਲ ਕੇ ਘਰ ਦਾ ਤੋਰਾ ਤੋਰਦੀਆਂ। ਸੀਤੋ ਕੋਲ ਪਿੰਡ ਦਾ ਕੋਈ ਮੁੰਡਾ ਆਉਂਦਾ ਤਾਂ ਗੇਲੋ ਉਹਨਾਂ ਦੀ ਰਾਖੀ ਕਰਦੀ। ਨਵੇਂ ਮੁੰਡੇ ਦੀ ਗੱਲਬਾਤ ਗੇਲੋ ਰਾਹੀਂ ਤੈਅ ਹੁੰਦੀ। ਗੇਲੋ ਕੋਲ ਆਇਆ ਬੰਦਾ ਸੀਤੋ ਲਈ ਮਹਿਮਾਨ ਹੁੰਦਾ। ਸੁਖਦੇਵ ਲਈ ਨਸ਼ੇ ਦੀ ਘੂਕੀ ਇੱਕ ਸੰਘਣਾ ਹਨੇਰਾ ਸੀ। ਇਹ ਹਨੇਰੇ ਵਿੱਚ ਨਣਦ ਭਰਜਾਈ ਦਾ ਕਾਰੋਬਾਰ ਚੱਲਦਾ ਰਹਿੰਦਾ, ਪਰ ਇਹ ਹਨੇਰਾ ਦੋਹਾਂ ਨੂੰ ਪਸੰਦ ਨਹੀਂ ਸੀ। ਸੀਤੋ ਦਾ ਸੁਪਨਾ ਜਾਗਦਾ, ਕੋਈ ਉਹਨੂੰ ਲੈ ਲਵੇ, ਆਪਣੇ ਘਰ ਵਸਾਏ, ਉਹਦੇ ਨਾਲ ਵਿਆਹ ਕਰਵਾ ਲਏ। ਕੋਈ ਆਪਣੀ ਸੋਚ ਉਡਾਰੀ ਨਾਲ ਉਹ ਇਕੱਲੀ ਬਹਿ ਕੇ ਗੱਲਾਂ ਕਰਦੀ। ਉਹਦੀ ਬਰਾਤ ਕਦੋਂ ਆਏਗੀ, ਉਹਦੇ ਵਿਆਹ ਦਾ ਲਾਊਡ ਸਪੀਕਰ ਕਦੋਂ ਵੱਜੇਗਾ। ਲਾਊਡ ਸਪੀਕਰ ਵੱਜੇਗਾ ਤਾਂ ਪਿੰਡ 'ਚ ਪਤਾ ਲੱਗੇਗਾ ਕਿ ਸੁਖਦੇਵ ਦੀ ਭੈਣ ਸੀਤੋ ਦਾ ਵਿਆਹ ਹੈ। ਬਈ ਗੱਲਾਂ ਹੋਣਗੀਆਂ, ਮੁੰਡਾ ਕਿੱਥੋਂ ਢੁੱਕਿਆ ਬਈ। ਪਰ ਉਹਦਾ ਸੁਪਨਾ ਲੰਮੀ ਉਡਾਰੀ ਮਾਰ ਕੇ ਕੱਚੀ ਡੋਰ ਦੇ ਟੁੱਟ ਜਾਣ ਵਾਂਗ ਧਰਤੀ ਤੇ ਛਾਪੜ ਕੇ ਬੈਠ ਜਾਂਦਾ ਤੇ ਉਹਦੇ ਧੁਰ ਅੰਦਰੋਂ ਲੰਮੇ ਲੰਮੇ ਹੌਕੇ ਨਿਕਲਣ ਲੱਗਦੇ। ਕੀ ਬਣਾਵੇ ਉਹ ਆਪਣੇ ਇਸ ਸਰੀਰ ਦਾ? ਸੋਨੇ ਜਿਹੀ ਦੇ ਕਿਹੜੀ ਲੇਖੇ ਲਾਵੇ? ਗੇਲੋ ਲਈ ਸੁਖਦੇਵ ਉਹਦੇ ਘਰ ਵਾਲਾ ਤਾਂ ਸੀ, ਪਰ ਇਹ ਘਰ ਕਦੋਂ ਘਰ ਜਿਹਾ ਸੀ। ਇਸ ਮਕਾਨ 'ਚ ਤਾਂ ਮਾਸ ਮੁੱਲ ਵਿਕਦਾ। ਹਵਸ ਦੀ ਪੂਰਤੀ ਤੱਕੜੀ ਨਾਲ ਤੋਲ ਕੇ ਕੀਤੀ ਜਾਂਦੀ। ਵਪਾਰੀ ਸੌਦਾ ਲੈਣ ਆਉਂਦੇ ਸਨ। ਉਹ ਸੋਚਦੀ ਕਾਸ਼ ਉਹਦਾ ਕੋਈ ਘਰ ਹੁੰਦਾ। ਘਰ ਜਿਹਾ ਘਰ, ਜਿਸ ਵਿੱਚ ਉਹਦਾ ਪਤੀ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ, ਮਿੱਟੀ ਨਾਲ ਮਿੱਟੀ ਬਣਿਆ ਰਹਿੰਦਾ। ਉਹਨਾਂ ਦੇ ਆਪਣੇ ਬੱਚੇ ਹੁੰਦੇ। ਉਹ ਗਲ ਗਲ ਤੱਕ ਕਬੀਲਦਾਰੀ 'ਚ ਧੱਸੀ ਰਹਿੰਦੀ, ਘਰੇਲੂ ਚਿੰਤਾਵਾਂ 'ਚ ਜਿਉਂਦੀ ਜਾਗਦੀ। ਹੁਣ ਤਾਂ ਇਸ ਘਰ 'ਚ ਘਰ ਵਰਗੀ ਕੋਈ ਗੱਲ ਨਹੀਂ ਹੈ। ਗੁਆਂਢਣਾ ਗੁਆਂਢਣਾ ਨੂੰ ਦੇਖਦੀ। ਗੁਆਂਢੀ ਔਰਤਾਂ ਆਪਣੇ ਬੱਚਿਆਂ ਨੂੰ ਗਾਲਾਂ ਕੱਢਦੀਆਂ, ਉੱਚਾ ਉੱਚਾ ਬੋਲਦੀਆਂ, ਸਿਰ ਖਪਾਉਂਦੀਆਂ। ਘਰ ਵਾਲੇ ਨਾਲ ਕਿਸੇ ਘਰੇਲੂ ਮਸਲੇ 'ਚ ਦੂਰੋਂ ਦੂਰੀ ਹੁੰਦੀਆਂ ਉਹਨੂੰ ਚੰਗੀਆਂ ਲੱਗਦੀਆਂ।
ਗੇਲੋ ਲਈ ਤਾਂ ਲੜਾਈ ਝਗੜੇ ਲਈ ਵੀ ਕੋਈ ਮੈਦਾਨ ਨਹੀਂ ਸੀ। ਕਿਹਦੀ ਨਾਲ ਲੜਦੀ, ਉਹ ਕਾਹਦੇ ਪਿੱਛੇ ਲੜਦੀ। ਨਣਦ ਭਰਜਾਈ ਇੱਕ ਦਿਨ ਅਚਾਨਕ ਨੇੜੇ ਦੇ ਸ਼ਹਿਰ ਆਈਆਂ। ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਆਈਆਂ ਸੀ, ਜਿਵੇਂ ਵਿਆਹ ਜਾਣਾ ਹੋਵੇ। ਦਿਨ ਵੇਲੇ ਤਾਂ ਬਾਜ਼ਾਰ ਦੀਆਂ ਦੁਕਾਨਾਂ ਤੇ ਫਿਰਦੀਆਂ ਤੁਰਦੀਆਂ ਰਹੀਆਂ। ਸੂਰਜ ਛਿਪਦੇ ਨੂੰ ਸਟੇਸ਼ਨ ਤੇ ਆ ਬੈਠੀਆਂ। ਗੱਡੀ ਮੂੰਹ ਹਨੇਰੇ ਆਉਂਦੀ। ਉਹਨਾਂ ਨੇ ਅੰਬਾਲੇ ਦੀਆਂ ਟਿਕਟਾਂ ਲਈਆਂ। ਉਹ ਘਰੋਂ ਮਿੱਥ ਕੇ ਤੁਰੀਆਂ ਸੀ ਕਿ ਅੰਬਾਲੇ ਜਾ ਕੇ ਉਹ ਕੰਜਰੀਆਂ ਵਾਲਾ ਧੰਦਾ ਕਰਨਗੀਆਂ। ਉਹਨਾਂ ਨੇ ਗੱਲਾਂ ਸੁਣੀਆਂ ਹੋਈਆਂ ਸੀ। ਉੱਥੇ ਅਜਿਹੇ ਅੱਡੇ ਸੀ, ਉਹ ਭਾਲ ਲੈਣਗੀਆਂ। ਉਹਨਾਂ ਅੱਡਿਆਂ ਨੂੰ ਦਲਾਲ ਬੰਦੇ ਖੁਦ ਵੀ ਅਜਿਹੀਆਂ ਔਰਤਾਂ ਦੇ ਇੰਤਜ਼ਾਰ 'ਚ ਰਹਿੰਦੇ ਆ। ਪਿੰਡ ਵਿੱਚ ਵੀ ਤਾਂ ਉਹੀ ਧੰਦਾ ਕਰਦੀਆਂ। ਸਾਰਾ ਪਿੰਡ ਉਹਨਾਂ ਨੂੰ ਦੇਖਦਾ। ਸਾਰੇ ਪਿੰਡ ਸਾਹਮਣੇ ਉਹਨਾਂ ਨੂੰ ਸਿਰ ਨੀਵਾਂ ਰੱਖ ਕੇ ਜਿਉਣਾ ਪੈਂਦਾ। ਜੇ ਇਹੀ ਕੰਮ ਉਹਨਾਂ ਦੀ ਕਿਸਮਤ 'ਚ ਲਿਖਿਆ ਹੋਇਆ, ਉਹ ਸ਼ਹਿਰ ਜਾ ਕੇ ਕਰਨਗੀਆਂ। ਉੱਥੇ ਉਹਨਾਂ ਨੂੰ ਹੋਰ ਕੋਈ ਨਹੀਂ ਜਾਣਦਾ। ਉਹ ਜਾਣਦੇ ਹੋਇਆ ਕਰਨਗੇ, ਉਹਨਾਂ ਕੋਲ ਆਇਆ ਕਰਨਗੇ, ਕਮਾਉਣਗੀਆਂ, ਖਾਣਗੀਆਂ, ਮੌਜਾਂ ਕਰਨਗੀਆਂ। ਘਰ ਨਾ ਸਹੀ ਚੁਬਾਰਾ ਤਾਂ ਹੋਏਗਾ। ਗੱਡੀ ਦੇ ਡੱਬੇ 'ਚ ਉਹਨਾਂ ਦੀ ਸੀਟ ਦੇ ਸਾਹਮਣੇ ਦੋ ਬੰਦੇ ਬੈਠੇ ਸੀ। ਉਹ ਗਾਂਹ ਕਿਤੋਂ ਆ ਰਹੇ ਸੀ। ਦੇਖਣ ਨੂੰ ਭਲੇ ਮਾਨਸ ਜਿਹੇ ਲੱਗਦੇ ਸੀ, ਪਰ ਉਹਨਾਂ ਵੱਲ ਲਗਾਤਾਰ ਝਾਕੀ ਜਾ ਰਹੇ ਸੀ। 2 ਕੁ ਸਟੇਸ਼ਨ ਗਾਂਹ ਜਾ ਕੇ ਉਹਨਾਂ ਵਿੱਚ ਗੱਲਾਂ ਹੋਣ ਲੱਗੀਆਂ। ਕਿੱਥੇ ਚੱਲੇ ਹੋ, ਕਿੱਥੇ ਜਾ ਰਹੇ ਹੋ, ਗੱਲਾਂ ਇੱਕ ਦੂਜੇ ਨੇ ਸੁਣੀਆਂ। ਦੋਵੇਂ ਬੰਦੇ ਪੰਜਾਬ ਦੇ ਨਹੀਂ ਸੀ, ਪਰ ਪੰਜਾਬ 'ਚ ਆਉਂਦੇ ਜਾਂਦੇ ਸੀ। ਉਹਨਾਂ ਦਾ ਕੰਮ ਜਿਹਾ ਹੀ ਕੋਈ ਸੀ। ਸਟੇਸ਼ਨ ਲੰਘਦੇ ਗਏ, ਗੱਲਾਂ ਹੋਰ ਹੁੰਦੀਆਂ ਰਹੀਆਂ। ਬੰਦਿਆਂ ਨੇ ਭਾਂਪਿਆ। ਦੋਵੇਂ ਜਣੀਆਂ ਅੰਦਰੋਂ ਉਖੜੀਆਂ ਹੋਈਆਂ। ਦੋਵਾਂ ਦਾ ਥਾਂ ਟਿਕਾਣਾ ਕੋਈ ਨਹੀਂ। ਦੋਵੇਂ ਕਿਸੇ ਥਾਂ ਟਿਕਾਣੇ ਪਹੁੰਚਣਾ ਚਾਹੁੰਦੀਆਂ। ਦੋਵਾਂ ਦਾ ਕੋਈ ਥਾਂ ਟਿਕਾਣਾ ਉਹਨਾਂ ਨੂੰ ਉਡੀਕ ਰਿਹਾ ਸੀ। ਦੋਵਾਂ ਦੀ ਭਾਵਨਾ ਸੀ ਕੋਈ ਉਹਨਾਂ ਨੂੰ ਰੋਟੀ ਕੱਪੜਾ ਦੇ ਸਕਦਾ ਹੋਵੇ, ਉਹਨਾਂ ਨੂੰ ਘਰ ਵਸਾਵੇ। ਕੋਈ ਵੀ ਹੋਵੇ। ਲਖਮੀ ਰਾਮ ਤੇ ਨਗਾਈ ਲਾਲ ਨੇ ਦਿੱਲੀ ਜਾਣਾ ਸੀ, ਪਰ ਉਹ ਅੰਬਾਲੇ ਹੀ ਉਤਰ ਗਏ। ਚਾਰਾਂ ਵਿੱਚ ਇੱਕ ਪਰਸਪਰ ਜੀ ਸਾਂਝ ਪੈਦਾ ਹੋ ਚੁੱਕੀ ਸੀ। ਕਿਸੇ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ, ਕੋਈ ਓਹਲਾ ਨਹੀਂ ਸੀ, ਕੋਈ ਸ਼ੱਕ ਨਹੀਂ ਸੀ। ਬੰਦਿਆਂ ਕੋਲ ਕਾਫੀ ਪੈਸੇ ਸਨ। ਕਮੀਜ਼ਾਂ ਥੱਲੇ ਪਹਿਨੀਆਂ ਜਾਕਟਾਂ ਦੀਆਂ ਜੇਬਾਂ ਦੇਖੀਆਂ ਸਨ। ਇਸੇ ਕਰਕੇ ਜਾਂ ਕਿਸੇ ਹੋਰ ਖਿੱਚ ਨਾਲ ਉਹ ਦੋਵੇਂ ਉਹਨਾਂ ਦੇ ਮਗਰ ਲੱਗ ਤੁਰੀਆਂ। ਸਟੇਸ਼ਨ ਤੋਂ ਬਾਹਰ ਉਹਨਾਂ ਨੇ ਇੱਕ ਹੋਟਲ 'ਚ ਰੋਟੀ ਖਾਧੀ। ਰਾਤ ਦੇ 11 ਵੱਜ ਚੁੱਕੇ ਸੀ। ਫਿਰ ਉਸੇ ਹੋਟਲ 'ਚ ਇੱਕ ਕਮਰਾ ਲੈ ਕੇ ਚਾਰਾਂ ਨੇ ਰਾਤ ਕੱਟੀ। ਲਖਮੀ ਰਾਮ ਤੇ ਨਗਾਈ ਲਾਲ ਆਪਸ ਵਿੱਚ ਹਿੰਦੀ ਵਰਗੀ ਕੋਈ ਭਾਸ਼ਾ ਬੋਲਦੇ। ਉਹਨਾਂ ਨਾਲ ਪੰਜਾਬੀ ਜੀ ਬੋਲਦੇ। ਲਖਮੀ ਰਾਮ ਵੱਡਾ ਸੀ ਤੇ ਉਹਨੇ ਗੇਲੋ ਦੇ ਮੋਢੇ ਤੇ ਹੱਥ ਰੱਖ ਦਿੱਤਾ। ਆਖ ਦਿੱਤਾ ਕਿ ਤੂੰ ਮੇਰੀ ਹੋ ਚੁੱਕੀ। ਸਾਫ਼ ਸੀ। ਫਿਰ ਨਗਾਈ ਲਾਲ ਦੀ ਵੰਡ ਵਿੱਚ ਸੀਤੋ ਆ ਗਈ। ਗੇਲੋ ਦਾ ਰੰਗ ਪਿੱਲੀਆਂ ਇੱਟਾਂ ਜਿਹਾ ਸੀ। ਸਰੀਰ ਢਿਲਕਿਆ। ਲਖਮੀ ਰਾਮ ਦਾ ਰੰਗ ਗੋਰਾ ਸੀ, ਪਰ ਉਹਦਾ ਜੁੱਸਾ ਤਕੜਾ ਸੀ। ਗੇਲੋ ਉਹਦੇ ਨਾਲ ਰਹਿ ਕੇ ਖੁਸ਼ ਸੀ। ਉਹਦੇ ਅੰਗਾਂ 'ਚ ਗੇਲੋ ਨੂੰ ਅਲੋਕਾਰ ਜਿਹਾ ਸੁੱਖ ਮਿਲਿਆ। ਸੀਤੋ ਰੰਗ ਦੀ ਪੱਕੀ ਸੀ, ਸਰੀਰ ਗਠਿਆ ਹੋਇਆ। ਨਗਾਈ ਲਾਲ ਜਮਾ ਕਾਲਾ ਧੂਸ। ਦੋਵੇਂ ਇੱਕ ਦੂਜੇ ਨੂੰ ਚੰਗੇ ਲੱਗੇ। ਦੋਵਾਂ ਦੇ ਟਿਕਾਣੇ ਦਿੱਲੀ 'ਚ ਸੀ। ਲਖਮੀ ਹੋਰ ਪਾਸੇ ਰਹਿੰਦਾ ਸੀ, ਨਗਾਈ ਹੋਰ ਪਾਸੇ। ਦਿੱਲੀੋਂ ਬਾਹਰ ਜਾਂਦੇ ਤਾਂ ਕਿਵੇਂ ਨਾ ਕਿਵੇਂ ਇਕੱਠੇ ਹੋ ਜਾਂਦੇ। ਲਖਮੀ ਹੰਢਿਆ ਹੋਇਆ ਬੰਦਾ ਸੀ। ਕੰਮ ਧੰਦੇ 'ਚ ਨਗਾਈ ਉਹਦਾ ਸ਼ਾਗਿਰਦ ਸੀ। ਹੁਣ ਉਹ ਪਤਨੀਆਂ ਨੂੰ ਘਰੀਂ ਛੱਡ ਕੇ ਪੰਜਾਬ ਚਲੇ ਜਾਂਦੇ, ਹਰਿਆਣੇ ਚਲੇ ਜਾਂਦੇ, ਰਾਜਸਥਾਨ ਤੇ ਯੂਪੀ 'ਚ ਚਲੇ ਜਾਂਦੇ। ਸੀਤੋ ਤੇ ਗੇਲੋ ਘਰਾਂ 'ਚ ਰਹਿੰਦੀਆਂ ਤੇ ਮੌਜਾਂ ਕਰਦੀਆਂ। ਉਹਨਾਂ ਲਈ ਖਾਣ ਪੀਣ ਨੂੰ ਖੁੱਲ੍ਹਾ ਸੀ। ਚੰਗੇ ਵਾਹਵਾ ਮਕਾਨ ਸੀ। ਜਦੋਂ ਦਿੱਲੀ 'ਚ ਹੁੰਦੇ ਤਾਂ ਇੱਕ ਦੂਜੇ ਦੇ ਘਰੇ ਵੀ ਜਾਂਦੇ। ਸੀਤੋ ਤੇ ਗੇਲੋ ਸਹੇਲੀਆਂ ਵਾਂਗ ਮਿਲਦੀਆਂ, ਇਕੱਠੀਆਂ ਬੈਠ ਕੇ ਕਦੇ ਗੱਲਾਂ ਕਰਦੀਆਂ, ਸੁੱਖ ਦਾ ਸਾਹ ਲੈਂਦੀਆਂ। ਗੇਲੋ ਆਖਦੀ, ਹੁਣ ਠੀਕ ਆ ਆਪਾਂ। ਨਹੀਂ, ਬਥੇਰਾ ਮੋਹ ਕਰਦੇ ਨੇ ਇਹ ਤਾਂ ਆਪਾਂ ਨੂੰ। ਲਖਮੀ ਤਾਂ ਮੇਰੇ ਪੈਰਾਂ ਥੱਲੇ ਹੱਥ ਦਿੰਦਾ। ਸੀਤੋ ਹੱਸਦੀ, ਪਿਆਰ ਤਾਂ ਨਗਾਈ ਵੀ ਅੰਤਾਂ ਦਾ ਕਰਦਾ ਹੈ, ਪਰ ਦੇਖਣ 'ਚ ਚੂੜਾ ਜਿਹਾ ਲੱਗਦਾ। ਜੈ ਖਾਣਾ ਹੁਣ ਜਦੋਂ ਇੱਥੇ ਹੁੰਦਾ, ਸਾਰੀ ਰਾਤ ਖਹਿੜਾ ਨਹੀਂ ਛੱਡਦਾ, ਜਿਵੇਂ ਨਵੀਂ ਮੁਕਲਾਵੇ ਆਈ ਹੋਵਾਂ। ਬਾਹਲਾ ਹੀ ਚਾਹੁੰਦਾ ਭਾਈ ਮੈਨੂੰ ਤਾਂ। ਫਿਰ ਜਦੋਂ ਜਾਊ ਦੱਸ ਕੇ ਜਾਊ ਵੀ ਮੈਂ ਇੰਨੇ ਦਿਨ ਨਹੀਂ ਆਉਣਾ। ਨੋਟਾਂ ਦੀ ਮੁੱਠੀ ਭਰ ਕੇ ਫੜਾ ਦਿੰਦਾ। ਆਖਦਾ, ਆ ਲੈ, ਤੰਗੀ ਨਾ ਕੱਟੀ। ਦੋਵੇਂ ਚਾਪੜਾਂ ਪਾਉਂਦੀਆਂ। ਨਹੀਂ, ਆਪਾਂ ਤਾਂ ਸੁਰਗ 'ਚ ਆ ਗਈਆਂ। ਇੱਦਾਂ ਹੀ 2 ਸਾਲ ਲੰਘ ਗਏ। ਫਿਰ ਪੈਸਿਆਂ ਪਿੱਛੇ ਇਹਨਾਂ ਦੀ ਲੜਾਈ ਹੋ ਗਈ। ਨਗਾਈ ਕਹਿੰਦਾ ਸੀ, ਮੈਨੂੰ ਪੂਰਾ ਹਿੱਸਾ ਨਹੀਂ ਮਿਲਿਆ। ਲਖਮੀ ਦਾ ਜਵਾਬ ਸੀ, ਤੇਰਾ ਇੰਨਾ ਹੀ ਬਣਦਾ ਸੀ। ਫਿਰ ਉਹ ਆਪਣਾ ਧੰਦਾ ਕਰਨ ਲੱਗੇ। ਇੱਕ ਦੂਜੇ ਨੂੰ ਮਿਲਦੇ ਵੀ ਨਹੀਂ ਸੀ। ਉਹਨਾਂ ਦਾ ਮਿਲਣਾ ਬੰਦ ਹੋਇਆ। ਨਾਲ ਹੀ ਸੀਤੋ ਤੇ ਗੇਲੋ ਵੀ ਮਿਲਣੋਂ ਰਹਿ ਗਈਆਂ। ਉਹਨਾਂ ਦੇ ਘਰ 10-10 ਮੀਲਾਂ ਤੇ ਸਨ। ਪੇਂਡੂ ਜਨਾਨੀਆਂ, ਉਹਨਾਂ ਨੂੰ ਤਾਂ ਬੱਸ ਦਾ ਪਤਾ ਨਹੀਂ ਸੀ, ਕਿਹੜੀ ਕਿੱਧਰ ਨੂੰ ਜਾਂਦੀ ਹੈ। ਦੋਵੇਂ ਡਰਦੀਆਂ ਸੀ ਕਿਧਰੇ ਗਵਾਚ ਹੀ ਨਾ ਜਾਣ। 6 ਮਹੀਨੇ ਲੰਘ ਗਏ। ਉਹ ਕੱਲੀਆਂ ਰਹਿ ਗਈਆਂ। ਗੇਲੋ ਲਖਮੀ ਨੂੰ ਆਖਦੀ, ਤੁਸੀਂ ਭਾਵੇਂ ਕਿੰਨਾ ਗੁੱਸੇ ਗਿੱਲੇ ਰਹੋ, ਮੇਰਾ ਤਾਂ ਬਾਹਲਾ ਚਿੱਤ ਕਰਦਾ ਜਾਣੀ ਕੋਈ ਚਿੜੀ ਜਨੌਰ ਬਣ ਕੇ ਸੀਤੋ ਨੂੰ ਜਾ ਮਿਲਾਂ।
ਮੈਨੂੰ ਇੱਕ ਵਾਰੀ ਤਾਂ ਮਿਲਾ ਦੇ ਉਹਨੂੰ, ਪਤਾ ਨਹੀਂ ਵਿਚਾਰੀ ਦਾ ਕੀ ਹਾਲ ਹੋਊਗਾ। ਤੇ ਫਿਰ ਲਖਮੀ ਉਹਨੂੰ ਲੈ ਗਿਆ। ਮਕਾਨ ਨੂੰ ਜਿੰਦਰਾ ਲੱਗਿਆ ਸੀ। ਇੱਧਰ ਉੱਧਰ ਗੁਆਂਢੀਆਂ ਤੋਂ ਪੁੱਛਿਆ, ਐਡੇ ਵੱਡੇ ਸ਼ਹਿਰ 'ਚ ਗੁਆਂਢ ਨਾਂ ਦੀ ਕੋਈ ਚੀਜ਼ ਨਹੀਂ ਸੀ। ਇੱਕ ਜਨਾਨੀ ਨੇ ਇੰਨਾ ਦੱਸਿਆ, ਭਾਈ ਅਸੀਂ ਤਾਂ ਕਦੇ ਦਰਵਾਜ਼ਾ ਖੁੱਲ੍ਹਾ ਨਹੀਂ ਦੇਖਿਆ 1 ਮਹੀਨੇ ਤੋਂ। ਨਾ ਉਹ ਤੀਵੀਂ ਦੇਖੀ, ਅੱਗੇ ਤਾਂ ਬਾਰ 'ਚ ਖੜੀ ਕਦੇ ਦਿਸ ਜਾਂਦੀ ਸੀ, ਲੱਗਦਾ ਮਕਾਨ ਛੱਡ ਗਏ ਉਹ। ਉਧਰ ਪਿੰਡ 'ਚ ਸੁਖਦੇਵ ਦਾ ਬੁਰਾ ਹਾਲ ਸੀ। ਉਹਨੂੰ ਭੈਣ ਤੇ ਬਹੂ ਦਾ ਵੱਡਾ ਮਿਹਣਾ ਸੀ। ਉਹਨੂੰ ਕੋਈ ਕੁਛ ਕਹਿੰਦਾ, ਉਹ ਕੰਨ ਬੰਦ ਕਰ ਲੈਂਦਾ, ਅਗਲੇ ਦੀ ਗੱਲ ਸੁਣਦਾ ਹੀ ਨਹੀਂ ਸੀ। ਉਹਨੂੰ ਵੱਡਾ ਫਿਕਰ ਸੀ ਤਾਂ ਰੋਟੀ ਦਾ। ਭੁੱਖਾ ਰਹਿ ਰਹਿ ਜਦੋਂ ਉਹਦੀ ਕੋਈ ਪੇਸ਼ ਨਾ ਗਈ ਤਾਂ ਗੁਰਦੁਆਰੇ ਜਾ ਬੈਠਾ। ਘਰ ਨੂੰ ਜਿੰਦਰਾ ਲਾ ਰੱਖਦਾ। ਘਰ 'ਚ ਜਿੰਦਰਾ ਲਾਉਣ ਨੂੰ ਸੀ ਵੀ ਕੀ, ਘਰ 'ਚ ਤਾਂ ਉਹ ਸਿਰਫ ਰਾਤ ਕੱਟਣ ਆਉਂਦਾ। ਭੁੱਕੀ ਦੇ ਨਸ਼ੇ 'ਚ ਉਹਨੂੰ ਕੋਈ ਅਹਿਸਾਸ ਨਹੀਂ ਰਹਿ ਜਾਂਦਾ ਸੀ। ਘਰ ਬਹੂ ਬਗੈਰ ਖਾਲੀ ਹੈ। ਇੱਥੋਂ ਹੀ ਕਿਤੇ ਉਹਦੀ ਮਾਂ ਜਾਈ ਭੈਣ ਬੈਠੀ ਹੁੰਦੀ। ਗੁਰਦੁਆਰੇ ਉਹਨੂੰ ਤੜਕੇ ਤੜਕੇ ਵੇਸਣੀ ਰੋਟੀ ਖਾਣ ਨੂੰ ਮਿਲਦੀ, ਚਾਹ ਦੀ ਬਾਟੀ ਹੁੰਦੀ। ਦੁਪਹਿਰ ਵੇਲੇ ਭਾਂਤ ਭਾਂਤ ਦੀਆਂ ਰੋਟੀਆਂ, ਪਿੰਡ 'ਚੋਂ ਪ੍ਰਸ਼ਾਦੇ ਆਉਂਦੇ ਸੀ, ਦਾਲਾਂ ਸਬਜ਼ੀਆਂ ਆਉਂਦੀਆਂ। ਦੁਪਹਿਰ ਤੋਂ ਪਿਛਲੇ ਪਹਿਰ ਤੱਕ ਲੰਗਰ ਵਰਤਦਾ ਰਹਿੰਦਾ। ਰਾਹੀ, ਪਾਂਧੀ, ਬੁੜੇ, ਠੇਰੇ, ਜਿਨ੍ਹਾਂ ਦੀ ਘਰ 'ਚ ਕੋਈ ਪੁੱਛ ਦੱਸ ਨਾ ਹੁੰਦੀ, ਪ੍ਰਸ਼ਾਦਾ ਛਕਦੇ। ਸੁਖਦੇਵ ਇਹਨਾਂ ਸਭ ਵਿੱਚ ਸ਼ਾਮਲ ਸੀ। ਆਥਣ ਵੇਲੇ ਗੁਰਦੁਆਰੇ 'ਚ ਲੰਗਰ ਪੱਕਦਾ, ਆਥਣੇ ਵੀ ਉਹਨੂੰ ਪ੍ਰਸ਼ਾਦਾ ਮਿਲ ਜਾਂਦਾ। ਗੁਰੂ ਦਾ ਘਰ ਸੀ, ਉੱਥੇ ਤਾਂ ਕਿਸੇ ਨੂੰ ਇਨਕਾਰ ਹੀ ਨਹੀਂ ਸੀ। ਸੁਖਦੇਵ ਭੁੱਕੀ ਖਾ ਕੇ ਮਸਤ ਹੋਇਆ ਇੱਕ ਟੁੱਟੀ ਜੀ ਮੰਜੀ 'ਚ ਲਮਕਿਆ ਪਿਆ ਰਹਿੰਦਾ। ਉੱਠ ਕੇ ਤੁਰਦਾ ਜਿਵੇਂ ਕਈ ਵਰਿਆਂ ਤੋਂ ਬਿਮਾਰ ਸੀ। ਗੁਰਦੁਆਰੇ 'ਚ ਬੈਠੇ ਬਜ਼ੁਰਗ ਬੰਦੇ ਉਹਨੂੰ ਸੁਣਾ ਕੇ ਆਖਦੇ, ਰੰਨ ਨਹੀਂ ਕੰਨ ਨਹੀਂ, ਮੌਜਾਂ ਮਾਰਦਾ ਵੀ ਸਰਦਾਰ ਸੁਖਦੇਵ ਸਿੰਘ। ਹੋਰ ਕੋਈ ਆਖਦਾ, ਇਹਨੂੰ ਸ਼ਰਮ ਤਾਂ ਭੋਰਾ ਨਹੀਂ ਕਿਸੇ ਗੱਲ ਦੀ। ਭੈਣ ਕਿਧਰੇ ਤੁਰ ਗਈ, ਬਹੂ ਕਿਧਰੇ ਤੁਰ ਗਈ, ਇਹਨੇ ਪਿੰਡ ਨੂੰ ਦਾਗ ਲਵਾਤਾ, ਹੁਣ ਆ ਫਿਰਦਾ ਟੇਕੇ ਬੰਨਦਾ। ਚੰਗਾ ਭਲਾ ਜਵਾਨ ਹੈ, ਜ਼ਮੀਨ ਦੇ 2 ਓਰੇ ਵੀ ਹੈਗੇ ਕੋਲ, ਹਮੂਦ ਤੋਂ ਤੀਵੀਂ ਨਹੀਂ ਸੰਭੀ ਗਈ। ਉਹ ਤੀਵੀਂ ਤਾਂ ਚੱਲ ਬਗਾਨੀ ਧੀ ਸੀ, ਹੋਰ ਕੀ ਕਰਦੀ ਉਹ। ਇਹ ਤਾਂ ਨਕੰਮਾ ਸੀ, ਭੈਣ ਦਾ ਨਹੀਂ ਸੋਚਿਆ ਕੁਛ, ਪੱਟੇ ਵੇ ਨੇ। ਉਹ ਭਾਈ ਕੁੜੀ ਦੇ ਬਹੂ ਦੇ ਚਾਲੇ ਮਾੜੇ ਸੀ, ਇਹਦੇ ਕੀ ਵੱਸ ਸੀ। ਇਹਦੇ ਕਰਕੇ ਹੀ ਉਹਨਾਂ ਦਾ ਪੈਰ ਘਰੋਂ ਬਾਹਰ ਹੋਇਆ। ਇਹ ਚੱਜ ਦਾ ਹੁੰਦਾ, ਭੈਣ ਨੂੰ ਵੀ 4 ਭਮਾਲੀਆਂ ਦਿੱਤੀਆਂ ਹੁੰਦੀਆਂ, ਤੀਵੀਂ ਵੀ ਵਸੀ ਰਹਿੰਦੀ। ਇਹ ਤਾਂ ਆ ਫਿਰਦਾ ਹੁਣ ਪਾਂ ਵਾਲੇ ਕੁੱਤੇ ਵਾਂਗੂ ਜਾਨ ਜੀ ਬਚਾਉਂਦਾ। ਸੁਖਦੇਵ ਬੋਲਾ ਨਹੀਂ ਸੀ। ਉਹਦੇ ਕੰਨਾਂ 'ਚ ਸਭ ਦੀਆਂ ਗੱਲਾਂ ਪੈਂਦੀਆਂ, ਪਰ ਉਹ ਅਣਸੁਣੀਆਂ ਕਰ ਛੱਡਦਾ। ਉਹ ਸਮਝਦਾ ਲੋਕ ਤਾਂ ਕੁੱਤੇ ਆ, ਭੌਂਕੀ ਜਾਂਦੇ ਆ। ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਦੇ 4 ਸਿਪਾਹੀ ਤੇ ਥਾਣੇਦਾਰ ਲਖਮੀ ਦੇ ਘਰ ਅੱਗੇ ਆ ਖੜੇ। ਦਰਵਾਜ਼ਾ ਖੜਕਾਇਆ। ਲਖਮੀ ਘਰ ਹੀ ਸੀ ਤੇ ਗੇਲੋ ਉਹਦੀ ਪਤਨੀ ਵੀ। ਉਹ ਪੁਲਿਸ ਵੇਖ ਕੇ ਘਬਰਾ ਗਏ। ਕਿਉਂ ਆਈ ਹੈ ਪੁਲਿਸ? ਫਿਰ ਤਾਂ ਹੋਰ ਘਬਰਾਹਟ ਹੋਈ ਜਦੋਂ ਉਹਨਾਂ ਨੇ ਦੇਖਿਆ ਪੁਲਿਸ ਵਾਲੇ ਸੀਤੋ ਨੂੰ ਲੈ ਕੇ ਆਏ ਆ। ਸਿਪਾਹੀਆਂ ਨੇ ਮਕਾਨ ਅੰਦਰ ਵੜਦਿਆਂ ਹੀ ਲਖਮੀ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਉਹਨੇ ਸ਼ੱਕ ਕੀਤਾ ਕਿ ਭਾਣਾ ਨਗਾਈ ਦੇ ਪੈਰੋਂ ਬੀਤਿਆ, ਪਰ ਫਿਰ ਉਹ ਹੀ ਸੋਚਣ ਲੱਗਿਆ, ਸੀਤੋ ਕਿਉਂ ਨਾਲ ਆਈ ਹੈ? ਸੀਤੋ ਜਿਹਾ ਭੈੜਾ ਕੰਮ ਨਹੀਂ ਕਰਵਾ ਸਕਦੀ, ਸੀਤੋ ਤਾਂ ਉਹਨਾਂ ਦੀ ਆਪਣੀ ਹੈ। ਫਿਰ ਉਹਨੇ ਫਿਕਰ ਕੀਤਾ, ਜੇ ਸੀਤੋ ਹੈ ਤਾਂ ਨਗਾਈ ਕਿੱਥੇ ਹੈ? ਉਹਦੀ ਸਮਝ 'ਚ ਕੁਝ ਵੀ ਨਹੀਂ ਆ ਰਿਹਾ ਸੀ। ਪੁਲਿਸ ਵਾਲੇ ਉਹਨੂੰ ਹੁਣ ਉਹਨਾਂ ਦੇ ਨਾਲ ਥਾਣੇ ਜਾਣ ਲਈ ਆਖ ਰਹੇ ਸੀ। ਉਹ ਗੇਲੋ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸੀ। ਸੀਤੋ ਚੁੱਪ ਖੜੀ ਸੀ, ਕੁਝ ਨਹੀਂ ਬੋਲ ਰਹੀ ਸੀ। ਉਹ ਮੂੰਹ ਖੋਲਣ ਲੱਗਦੀ ਤਾਂ ਸਿਪਾਹੀ ਉਹਨੂੰ ਝੜਕ ਦਿੰਦਾ। ਗੱਲ ਇਹ ਸੀ ਕਿ ਨਗਾਈ ਆਪਣੇ ਘਰ ਉੱਪਰਿਆਂ ਬੰਦਿਆਂ ਨੂੰ ਲਿਆਉਣ ਲੱਗਿਆ ਸੀ। ਸੀਤੋ ਉਹਨੂੰ ਮਨਾ ਕਰਦੀ, ਪਰ ਉਹ ਹਟਦਾ ਨਹੀਂ ਸੀ। ਉਹ ਸ਼ਰਾਬ ਪੀਂਦੇ ਤੇ ਸੀਤੋ ਨੂੰ ਵੀ ਖਰਾਬ ਕਰਦੇ। ਅਖੀਰ ਇੱਕ ਦਿਨ ਨਗਾਈ ਘਰ ਨਹੀਂ ਆਇਆ। 2 ਦਿਨ 4 ਦਿਨ, ਉਹ ਤਾਂ ਹਫ਼ਤਾ ਨਹੀਂ ਮੁੜਿਆ ਕਿਧਰੋਂ। ਘਰ 'ਚ ਨਗਾਈ ਦਾ ਮਿੱਤਰ ਸੀ। ਜਦੋਂ ਸੀਤੋ ਨਗਾਈ ਨੂੰ ਉਡੀਕ ਉਡੀਕ ਥੱਕ ਗਈ ਤਾਂ ਮਿੱਤਰ ਨੇ ਭਾਂਡਾ ਭੰਨਤਾ। ਦੱਸਿਆ ਕਿ ਹੁਣ ਕਦੇ ਵੀ ਨਹੀਂ ਆਏਗਾ, ਉਹ ਹੁਣ ਉਸੇ ਦੀ ਹੈ। ਪਰ 2 ਮਹੀਨੇ ਵੀ ਨਹੀਂ ਲੰਘੇ, ਇੱਕ ਬੰਦਾ ਉੱਥੇ ਹੋਰ ਆਉਣ ਲੱਗਿਆ। ਫਿਰ ਉਹ ਉਹਦਾ ਪਤੀ ਬਣ ਬੈਠਾ। ਪਤਾ ਉਹਨੂੰ ਉਦੋਂ ਲੱਗਿਆ ਜਦੋਂ ਉਹ ਦੂਜਾ ਬੰਦਾ ਉਹਨੂੰ ਕਿਧਰੋਂ ਘਰੋਂ ਬਾਹਰ ਲੈ ਕੇ ਜਾਣ ਦੀ ਜ਼ਿੱਦ ਕਰ ਰਿਹਾ ਸੀ। ਉਹ ਸ਼ਰਾਬੀ ਹੋ ਕੇ ਇੱਕ ਰਾਤ ਮੂੰਹੋਂ ਫੁੱਟਿਆ ਕਿ ਨਗਾਈ ਨੇ ਉਹਨੂੰ ਆਪਣੇ ਮਿੱਤਰ ਕੋਲ ਵੇਚ ਦਿੱਤਾ ਸੀ ਤੇ ਉਹ ਮਿੱਤਰ ਨੇ ਉਹਨੂੰ ਵੇਚ ਦਿੱਤੀ ਹੈ। ਹੁਣ ਉਹਦੀ ਮੁੱਲ ਦੀ ਤੀਵੀਂ ਹੈ। ਉਹਨੂੰ ਵਿਸ਼ਵਾਸ ਦਿਵਾ ਰਿਹਾ ਸੀ ਕਿ ਉਹਨੂੰ ਕਿਸੇ ਸ਼ਰੀਫ ਆਦਮੀ ਦੇ ਘਰ ਬਿਠਾਏਗਾ। ਆਪ ਤਾਂ ਉਹ ਤੀਵੀਆਂ ਵੇਚਣ ਦਾ ਧੰਦਾ ਕਰਦਾ ਹੈ। ਸੀਤੋ ਉਹਦੀ ਗੱਲ ਮੰਨ ਗਈ ਸੀ, ਰੋਂਦੀ ਵੀ ਜਾਂਦੀ, ਉਹਦੀਆਂ ਗੱਲਾਂ ਮੰਨੀ ਵੀ ਜਾਂਦੀ। ਬੰਦੇ ਨੂੰ ਜਦੋਂ ਵਿਸ਼ਵਾਸ ਹੋ ਗਿਆ ਤਾਂ ਉਹਨੂੰ ਕੱਲੀ ਛੱਡ ਕੇ ਗਾਹਕ ਲੈਣ ਤੁਰ ਗਿਆ। ਕਹਿ ਗਿਆ ਕਿ ਉਹ 3 ਦਿਨਾਂ ਨੂੰ ਮੁੜੇਗਾ, ਉਹ ਆਪਣਾ ਖਿਆਲ ਰੱਖੇ, ਜ਼ਮਾਨਾ ਮਾੜਾ ਹੈ। ਉਹ ਬੰਦਾ ਘਰੋਂ ਬਾਹਰ ਹੋਇਆ ਤਾਂ ਉਸੇ ਵੇਲੇ ਮਕਾਨ ਤੋਂ ਥੋੜੀ ਦੂਰ ਪੈਂਦੇ ਰਿਕਸ਼ਾ ਸਟੈਂਡ ਤੇ ਗਈ। ਇੱਕ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਉਹਨੂੰ ਥਾਣੇ ਲੈ ਚੱਲੇ। ਰਿਕਸ਼ਾ ਵਾਲੇ ਨੇ 10 ਰੁਪਏ ਮੰਗੇ, ਉਹ ਮੰਨ ਗਈ। ਸੀਤੋ ਨੂੰ ਥਾਣੇ ਦਾ ਕੋਈ ਪਤਾ ਨਹੀਂ ਸੀ ਕਿ ਕਿੱਥੇ ਹੈ। ਰਿਕਸ਼ਾ ਚਾਲਕ ਸਮਝਦਾ ਸੀ ਕਿ ਉਹ ਥਾਣੇ ਪਹਿਲਾਂ ਵੀ ਜਾਂਦੀ ਹੋਏਗੀ, ਇਸੇ ਕਰਕੇ ਉਹਨੇ 10 ਰੁਪਏ ਦੇਣੇ ਮੰਨੇ।
ਸੀਤੋ ਨੂੰ ਤਸੱਲੀ ਸੀ ਕਿ ਉਹ ਆਪ ਹੀ ਉਹਨੂੰ ਥਾਣੇ ਲੈ ਜਾਏਗਾ। 10 ਰੁਪਏ ਹੋਏ ਕਿ ਘੱਟ ਵੱਧ ਹੋਏ। ਥਾਣੇ 'ਚ ਜਾ ਕੇ ਉਹ ਰੋਣ ਪਿੱਟਣ ਲੱਗੀ, ਆਖ ਰਹੀ ਸੀ, ਮੈਨੂੰ ਬਚਾ ਲਓ, ਮੈਨੂੰ ਮੇਰੇ ਪਿੰਡ ਭੇਜ ਦਿਓ, ਮੇਰੇ ਨਾਲ ਧੋਖਾ ਹੋਇਆ। ਪੁਲਿਸ ਕੋਲ ਅਜਿਹੇ ਮਾਮਲੇ ਆਉਂਦੇ ਰਹਿੰਦੇ ਆ। ਉਹ ਹੈਰਾਨ ਨਹੀਂ ਹੋਏ। ਕੋਲ ਬਿਠਾ ਕੇ ਉਹਨੂੰ ਪਹਿਲਾਂ ਤਾਂ ਦਿਲਾਸਾ ਦਿੱਤਾ, ਤੇ ਤੂੰ ਹੁਣ ਸਾਡੇ ਕੋਲ ਹੈ, ਸਾਡੀ ਹਿਫਾਜ਼ਤ ਵਿੱਚ, ਤੈਨੂੰ ਹੁਣ ਕੁਝ ਨਹੀਂ ਹੋਏਗਾ, ਕੋਈ ਤੈਨੂੰ ਕੁਝ ਨਹੀਂ ਕਰ ਸਕਦਾ, ਤੂੰ ਆਪਣੇ ਬਾਪ ਕੋਲ ਜਾਏਂਗੀ। ਫਿਰ ਉਹਨਾਂ ਨੇ ਉਹ ਤੋਂ ਸਾਰੀ ਵਾਰਤਾ ਸੁਣੀ। ਉਹਨੂੰ ਅਜੀਬ ਅਜੀਬ ਸਵਾਲ ਕਰਦੇ। ਉਹ ਸਭ ਕੁਝ ਨਿਡਰ ਦੱਸਦੀ ਜਾ ਰਹੀ ਸੀ। ਕਈ ਵਾਰ ਰੋਈ, ਇੱਕ ਦੋ ਵਾਰੀ ਹੱਸੀ ਵੀ। ਕਦੇ ਉਹਦਾ ਚਿਹਰਾ ਗੁਲਾਬ ਵਾਂਗ ਖਿੜ ਉੱਠਦਾ ਤੇ ਕਦੇ ਅੱਖਾਂ 'ਚ ਘੋਰ ਉਦਾਸੀ ਹੁੰਦੀ। ਉਹਨੇ ਦੱਸਿਆ ਸੀ, ਦਿੱਲੀ 'ਚ ਨਗਾਈ ਲਾਲ ਦਾ ਸਾਥੀ ਲਖਮੀ ਰਾਮ ਰਹਿੰਦਾ ਹੈ। ਉਹਦੇ ਕੋਲ ਉਹਦੀ ਭਰਜਾਈ ਗੇਲੋ ਹੈ। ਉਹ ਦੋਵੇਂ ਉਹਨਾਂ ਨੂੰ ਲਾਰਾ ਲਾ ਕੇ ਦਿੱਲੀ ਲੈ ਆਏ। ਮੇਰੇ ਨਾਲ ਤਾਂ ਆਹ ਹਾਲ ਹੋ ਰਿਹਾ ਤੇ ਮੇਰੀ ਭਰਜਾਈ ਗੇਲੋ ਦੀ ਪਤਾ ਨਹੀਂ ਕੀ ਹਾਲਤ ਹੈ। ਗੇਲੋ ਸੀਤੋ ਦੇ ਤੇ ਪੁਲਿਸ ਵੱਲ ਕੌੜ ਝਾਕਦੀ। ਪੁਲਿਸ ਵਾਲੇ ਉਹਨੂੰ ਜੋ ਵੀ ਪੁੱਛਦੇ ਉਹ ਦੱਸਦੀ ਨਹੀਂ ਸੀ। ਫਟੀਆਂ ਫਟੀਆਂ ਨਿਗਾਹਾਂ ਨਾਲ ਬਸ ਝਾਕਦੀ, ਆਪਣੇ ਪੇਟ ਵੱਲ ਝਾਕਦੀ ਅੱਖਾਂ ਭਰ ਲੈਂਦੀ। ਲਖਮੀ ਨੇ ਦੱਸਿਆ ਕਿ ਉਹ ਦੋਵੇਂ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਨਾਲ ਪੰਜਾਬ ਤੋਂ ਲੈ ਕੇ ਆਏ ਆ। ਨਗਾਈ ਨਾਲ ਉਹਦਾ ਕੋਈ ਸਬੰਧ ਨਹੀਂ ਤੇ ਨਾ ਹੀ ਹੁਣ ਉਹ ਉਹਦੇ ਬਾਰੇ ਬਹੁਤਾ ਕੁਝ ਜਾਣਦਾ ਹੈ। ਗੇਲੋ ਆਪਣੀ ਮਰਜ਼ੀ ਨਾਲ ਉਹਦੇ ਘਰ ਰਹਿ ਰਹੀ ਹੈ। ਇਹ ਵੀ ਦੱਸਿਆ ਕਿ ਉਹ ਦੂਰ ਪਿੰਡਾਂ ਸ਼ਹਿਰਾਂ 'ਚ ਜਾ ਕੇ ਦੇਸੀ ਦਵਾਈਆਂ ਵੇਚਦਾ ਹੈ। ਉਹ ਸ਼ਰੀਫ ਆਦਮੀ ਹੈ, ਉਹਦੇ ਬਾਰੇ ਉਹਦੇ ਆਂਢ ਗੁਆਂਢ ਤੋਂ ਪੁੱਛਿਆ ਜਾਏ। ਪਰ ਪੁਲਿਸ ਮੰਨੀ ਨਹੀਂ। ਉਹ ਜਾਣਦੇ ਸਨ ਕਿ ਬਦਮਾਸ਼ ਲੋਕ 100 ਤਾਣੇ ਤਣਦੇ ਆ, ਗੱਲਾਂ ਤੇ ਬਹਾਨਿਆਂ ਦੇ ਧਨੀ ਹੁੰਦੇ ਆ। ਇਹਨਾਂ ਨੂੰ ਡਰਾਮੇ ਕਰਨੇ ਆਉਂਦੇ ਆ, ਰੋ ਵੀ ਪੈਂਦੇ ਆ, ਪਾਗਲ ਬਣ ਕੇ ਹੱਸਣ ਲੱਗਦੇ ਆ। ਦਿੱਲੀ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਵਾਇਰਲੈਸ ਕੀਤੀ। ਨਣਦ ਭਰਜਾਈ ਦੇ ਪਿੰਡ ਨੂੰ ਲੱਗਦੇ ਥਾਣੇ ਦੀ ਪੁਲਿਸ ਦੂਜੇ ਦੇ ਨਾਂ ਧਮਕੀ। ਉਹ ਤਿੰਨਾਂ ਨੂੰ ਫੜ ਕੇ ਪੰਜਾਬ ਲੈ ਗਏ। ਲਖਮੀ ਰਾਮ ਤੇ ਉਧਾਲੇ ਦਾ ਕੇਸ ਪੈ ਗਿਆ, ਉਹਨੂੰ ਸਜ਼ਾ ਹੋਈ। ਨਣਦ ਭਰਜਾਈ ਜਦੋਂ ਪਿੰਡ ਛੱਡੀਆਂ ਗਈਆਂ, ਉਹਨਾਂ ਦਾ ਉੱਥੇ ਕੋਈ ਨਹੀਂ ਸੀ। ਸੁਖਦੇਵ 6 ਮਹੀਨੇ ਪਹਿਲਾਂ ਸਲਫਾਸ ਖਾ ਕੇ ਮਰ ਗਿਆ ਸੀ। ਪਿੰਡ ਵਾਲਿਆਂ ਨੇ ਸੀਤੋ ਤੇ ਤਰਸ ਕੀਤਾ ਤੇ ਉਹਨੂੰ ਸੁਖਦੇਵ ਵਾਲੇ ਘਰ 'ਚ ਬਿਠਾ ਦਿੱਤਾ। ਗੇਲੋ ਉਸ ਪਿੰਡ ਨਹੀਂ ਟਿਕੀ, ਆਪਣੇ ਪੇਕਿਆਂ ਦੇ ਘਰ ਚਲੀ ਗਈ। ਕਹਿੰਦੀ ਸੀ ਉਹ ਲਖਮੀ ਦਾ ਬੱਚਾ ਜੰਮੇਗੀ, ਜਦੋਂ ਜੇਲ੍ਹ 'ਚੋਂ ਬਾਹਰ ਆਇਆ ਉਹਦੇ ਘਰ ਜਾ ਕੇ ਹੀ ਵਸੇਗੀ। ਧੰਨਵਾਦ। ਰਾਮ ਸਰੂਪ ਅਣਖੀ ਦੀ ਕਹਾਣੀ ਹੈ। ਨਿੰਮੋ। ਉਹਦੇ ਘਰ ਵਾਲਾ ਫੌਜੀ ਸੀ। ਸਾਲ 'ਚ 2 ਵਾਰੀ ਛੁੱਟੀ ਆਉਂਦਾ। ਜਦੋਂ ਆਉਂਦਾ, ਨਿੰਮੋ ਉਹਦੇ ਲਈ ਜਿਵੇਂ ਕੋਈ ਖਿਡੌਣਾ ਹੋਵੇ, ਮਸਾਂ ਲੱਭੀ ਹੋਈ ਕੋਈ ਕੀਮਤੀ ਚੀਜ਼। ਛੁੱਟੀ ਮੁੱਕੇ ਤੋਂ ਉਦਾਸ ਚਿਹਰਾ ਲੈ ਕੇ ਮੁੜਦਾ। ਦੋਵਾਂ ਦੇ ਚਾਅ ਪੂਰੇ ਨਾ ਹੋਏ ਹੁੰਦੇ। ਬਾਕੀ ਸਮੇਂ 'ਚ ਉਹ ਸੱਸ ਕੋਲ ਰਹਿੰਦੀ। ਨਾ ਉਹਦਾ ਪਿਓ ਸੀ, ਨਾ ਸਹੁਰਾ। ਨਿੰਮੋ ਦਾ ਹੋਰ ਭਾਈ ਭੈਣ ਵੀ ਕੋਈ ਨਹੀਂ ਸੀ। ਉਹ ਸਾਂਵਲੇ ਰੰਗ ਦੀ ਤਕੜੇ ਜੁੱਸੇ ਵਾਲੀ ਕੁੜੀ ਸੀ। ਨੈਣ ਨਕਸ਼ ਤਿੱਖੇ, ਉਹਦੀਆਂ ਸੋਹਣੀਆਂ ਮੋਟੀਆਂ ਅੱਖਾਂ ਸਾਹਮਣੇ ਜਿਸਮ ਦੇ ਸਾਂਵਲੇ ਰੰਗ ਦੀ ਕੋਈ ਪਹਿਚਾਣ ਨਾ ਰਹਿੰਦੀ। ਤੋਖਾ ਗੋਰੇ ਰੰਗ ਦਾ ਭਰ ਜਵਾਨ ਗੱਭਰੂ ਸੀ। ਜੁੱਸੇ ਦਾ ਉਹ ਵੀ ਪੂਰਾ। ਤੋਖੇ ਦੀਆਂ ਅੱਖਾਂ ਥੋੜੀਆਂ ਭੂਰੀਆਂ ਸੀ। ਛੁੱਟੀ ਆਇਆ ਉਹ ਨਿੰਮੋ ਦੇ ਇਉਂ ਅੱਗੇ ਪਿੱਛੇ ਰਹਿੰਦਾ ਜਿਵੇਂ ਕਦੇ ਕੁਝ ਦੇਖਿਆ ਹੀ ਨਾ ਹੋਵੇ, ਜਾਂ ਕੀ ਪਤਾ ਮੁੜ ਕੇ ਛੁੱਟੀ ਆਉਣਾ ਕਦੇ ਨਸੀਬ ਹੋਏਗਾ ਕਿ ਨਹੀਂ। ਨਿੰਮੋ ਲਈ ਉਹਦਾ ਦੁਨੀਆ ਜਹਾਨ 'ਚ ਉਹ ਸਭ ਤੋਂ ਵੱਧ ਸੋਹਣਾ ਸੀ। ਪਰ ਫੌਜੀ ਦੀ ਤੀਵੀਂ ਨੂੰ ਕਾਹਦਾ ਮਾਣ, ਨਾ ਸੁਹਾਗਣ ਨਾ ਰੰਡੀ। ਉਹ ਛੁੱਟੀ ਆਉਂਦਾ ਤਾਂ ਘਰ ਦਾ ਕੁਝ ਨਾ ਕੁਝ ਸਵਾਰ ਕੇ ਜਾਂਦਾ। ਇੱਕ ਵਾਰ ਉਹਨੇ ਨਵੀਂ ਬਸਤੀ 'ਚ ਛੋਟਾ ਜਿਹਾ ਪਲਾਟ ਖਰੀਦ ਲਿਆ, 4 ਦੀਵਾਰੀ ਵੀ ਕਰਤੀ। ਫਿਰ ਇੱਕ ਵਾਰ ਆਇਆ, ਇੱਕ ਕਮਰਾ ਛੱਤ ਲਿਆ। ਅਗਲੀ ਵਾਰ ਦੂਜਾ ਕਮਰਾ ਛੱਤ ਕੇ ਤੇ ਰਸੋਈ ਗੁਸਲਖਾਨਾ ਬਣਾ ਕੇ ਨਵੀਂ ਬਸਤੀ 'ਚ ਜਾ ਰਿਹਾਇਸ਼ ਕੀਤੀ। ਨੂੰਹ ਸੱਸ ਸਰਦਾਰਨੀਆਂ ਬਣ ਕੇ ਰਹਿੰਦੀਆਂ। ਵਿਹੜੇ 'ਚ ਤਾਂ ਉਹਨਾਂ ਦਾ ਪੁਰਾਣਾ ਮਕਾਨ ਨਰਕ ਸੀ। ਲਟੈਣ ਘੁਣੇ ਦੀ ਖਾਧੀ ਤੇ ਕੜੀਆਂ ਸ਼ਤੀਰ ਬੋਦੇ ਹੋ ਚੁੱਕੇ ਸੀ। ਕੋਈ ਪਤਾ ਨਹੀਂ ਸੀ ਮੀਂਹ ਕਣੀ 'ਚ ਕਦੋਂ ਕੋਈ ਖੰਡ ਡਿੱਗ ਪਵੇ ਤੇ ਉਹ ਨੂੰਹ ਸੱਸ ਛੱਤ ਦੀ ਮਿੱਟੀ ਥੱਲੇ ਦੱਬੀਆਂ ਪਈਆਂ ਭਾਲੀਆਂ ਵੀ ਕਿਧਰੇ ਨਾ ਥਿਆਉਣ। ਨਵੀਂ ਬਸਤੀ 'ਚ ਹੋਰਾਂ ਪਿੰਡਾਂ ਤੋਂ ਆ ਕੇ ਵਸੇ ਵੱਖ-ਵੱਖ ਜਾਤ ਬਰਾਦਰੀਆਂ ਦੇ ਲੋਕ ਸੀ। ਵੱਖ-ਵੱਖ ਕੰਮ ਧੰਦੇ, ਨੌਕਰੀਆਂ, ਦੁਕਾਨਦਾਰੀਆਂ ਤੋਂ ਪਤਾ ਨਹੀਂ ਕੀ ਕਾਰੋਬਾਰ। ਹਰ ਘਰ ਦਾ ਆਪਣਾ ਇੱਕ ਅਲੱਗ ਸੰਸਾਰ ਸੀ। ਘਰ ਨੂੰ ਘਰ ਦੀ ਪਹਿਚਾਣ ਨਹੀਂ ਸੀ। ਪਹਿਚਾਣ ਸੀ ਵੀ ਤਾਂ ਸਿਰਫ ਬੁੱਢੇ ਬੰਦਿਆਂ ਤੇ ਛੋਟੇ ਜਵਾਕਾਂ ਦੀ। ਛੋਟੇ ਜਵਾਕ ਗਲੀਆਂ 'ਚ ਇਕੱਠੇ ਖੇਡਦੇ, ਬੁੱਢੇ ਬੰਦੇ ਜਿੱਥੇ ਵੀ ਗੱਲਾਂ ਮਿਲਦੀਆਂ ਖੜ ਜਾਂਦੇ। ਤੋਖਾ ਮਹੀਨੇ ਦੇ ਮਹੀਨੇ ਮਨੀ ਆਰਡਰ ਭੇਜਦਾ। ਛੁੱਟੀ ਆਇਆ ਇਕੱਠਾ ਸਮਾਨ ਵੀ ਰੱਖ ਜਾਂਦਾ। ਨੂੰਹ ਸੱਸ ਸੋਹਣਾ ਗੁਜ਼ਾਰਾ ਕਰਦੀਆਂ। ਨਿੰਮੋ ਕਦੇ ਪੇਕੀ ਹੁੰਦੀ ਤਾਂ ਸੱਸ ਦੀਆਂ ਬਸ 2 ਗੁੱਲੀਆਂ ਸੀ। ਤੋਖਾ ਨਾਮ ਕੱਟਿਆਂ ਦੀ ਸੂਚੀ 'ਚ ਆ ਗਿਆ। ਘਰ ਆ ਕੇ ਵਿਹਲਾ ਰਹਿੰਦਾ। ਪੱਲੇ ਦੀ ਪੂੰਜੀ ਖਾ ਪੀ ਲਈ ਤਾਂ ਤੰਗ ਰਹਿਣ ਲੱਗਿਆ। ਨੌਕਰੀ ਦੀ ਤਲਾਸ਼ ਕੀਤੀ, ਨਹੁੰ ਅੜਕਦਾ ਰਹਿ ਗਿਆ।
ਇਸ ਦੌਰਾਨ ਉਹਦੀ ਮਾਂ ਚਲਾਣਾ ਕਰ ਗਈ। ਤੋਖੇ ਨੂੰ ਆਖਰ ਇੱਕ ਕਤਾਈ ਮਿਲ 'ਚ ਚੌਕੀਦਾਰੇ ਦੀ ਨੌਕਰੀ ਮਿਲ ਗਈ। ਉਹਨਾਂ ਦਾ ਚੁੱਲ੍ਹਾ ਤੁਰਨ ਲੱਗ ਪਿਆ ਕੁਛ। ਇੱਕ ਦਿਨ ਬੰਬ ਧਮਾਕਾ ਹੋਇਆ, ਮਿਲ ਦੇ 4 ਬੰਦੇ ਮਾਰੇ ਗਏ, ਉਹਨਾਂ 'ਚ ਤੋਖਾ ਵੀ ਸੀ। ਨਿੰਮੋ ਕੱਲੀ ਰਹਿ ਗਈ। ਨਿੰਮੋ ਲਈ ਦੁਨੀਆ ਹਨੇਰ ਹੋ ਗਈ। ਦਿਨ ਚੜ੍ਹਦਾ ਸੀ, ਛਿਪਣ 'ਚ ਨਾ ਆਉਂਦਾ, ਰਾਤ ਪੈਂਦੀ ਮੁੱਕਦੀ ਨਾ। ਢਿੱਡ 'ਚ ਗੋਡੇ ਦੇ ਕੇ ਉਹ ਮੰਜੇ ਦਾ ਦਮ ਦੇਖਦੀ। ਦਿਮਾਗ ਤਾਂ ਸੁੰਨ ਸੀ, ਮਾਸ 'ਚ ਲਹੂ ਕਿਧਰੇ ਨਹੀਂ ਰਹਿ ਗਿਆ ਸੀ। ਮੱਥੇ ਦਾ ਇਲਾਜ ਤਾਂ ਕੀ ਹੋਏਗਾ? ਢਿੱਡ ਨੂੰ ਕੌਣ ਸਮਝਾਏ? ਬੰਦੇ ਬਗੈਰ ਉਹ ਕੱਟ ਲੈ ਗਈ, ਢਿੱਡ ਦਾ ਕੀ ਹੀਲਾ ਕਰੇ? ਜਵਾਨੀ ਨੂੰ ਮੰਗਣਾ ਵੀ ਕੀ ਆਖੇ, 100 ਉੱਜਾਂ। ਉਹਦੇ ਗੁਆਂਢੀ ਰੁੱਗੇ ਨੇ ਤਰਸ ਕੀਤਾ ਤੇ ਉਹਨੂੰ ਦੋਹੇ ਵੇਲਿਆਂ ਦੀ ਰੋਟੀ ਦੇਣ ਲੱਗਿਆ। ਰੁੱਗਾ ਵੀ ਨੇੜੇ ਦੇ ਪਿੰਡੋਂ ਪੁੱਟਿਆ ਠੱਡਿਆ ਇੱਥੇ ਇਸ ਨਵੀਂ ਬਸਤੀ 'ਚ ਨਵਾਂ ਆ ਕੇ ਵਸਿਆ ਸੀ। ਸਾਈਕਲ ਤੇ ਪਿੰਡਾਂ ਤੋਂ ਦੁੱਧ ਲੈ ਕੇ ਆਉਂਦਾ, ਹਲਵਾਈਆਂ ਦੇ ਪਾ ਦਿੰਦਾ। ਉਹਨੂੰ ਚੰਗੀ ਆਮਦਨ ਸੀ। ਤੋਖੇ ਨਾਲ ਉਹਦੀ ਕੰਧ ਸਾਂਝੀ ਸੀ। ਦਿਨੋਂ ਦਿਨ ਉਹ ਆਪਣਾ ਕੰਮ ਵਧਾਉਂਦਾ ਜਾ ਰਿਹਾ ਸੀ। ਇੱਕ ਕਮਰੇ ਵਾਲਾ ਮਕਾਨ ਸੀ ਉਹਦਾ। ਕੁਝ ਸਾਲਾਂ 'ਚ ਹੀ ਉਹਨੇ ਮੋਟਰਸਾਈਕਲ ਲੈ ਲਿਆ। ਦੁੱਧ ਵਾਲੇ ਢੋਲ ਵੱਡੇ ਹੋ ਗਏ। ਆਪਣੀ ਰੋਟੀ ਆਪ ਪਕਾਉਂਦਾ। ਦਿਨਾਂ 'ਚ ਹੀ ਚਰਚਾ ਹੋਣ ਲੱਗੀ, ਰੁੱਗਾ ਉੱਚੀ ਕੁਲ ਦਾ ਹੋ ਕੇ ਨਿੰਮੋ ਦੇ ਹੱਥ ਦੀਆਂ ਪੱਕੀਆਂ ਖਾਂਦਾ। ਦੁਨੀਆ ਗਰਕਣ ਤੇ ਆ ਗਈ ਭਾਈ, ਧਰਮ ਤਾਂ ਕੋਈ ਰਹਿ ਹੀ ਨਹੀਂ ਗਿਆ। ਜਾਤ ਕੁਜਾਤ ਇੱਕ ਹੋ ਗਈ। ਦੁਰਚਰਚਾ ਦੀ ਪਰਵਾਹ ਨਾ ਕਰਦਿਆਂ ਰੁੱਗੇ ਨੇ ਸਗੋਂ ਕੰਧ ਦੀਆਂ 15 ਇੱਟਾਂ ਕੱਢੀਆਂ ਤੇ ਆਉਣ ਜਾਣ ਦਾ ਰਾਹ ਬਣਾ ਲਿਆ। ਗਲੀ ਦੇ ਲੋਕ ਉਹਦੇ ਵੱਲ ਗੌਰ ਨਾਲ ਝਾਕਦੇ, ਮੁਸਕੜੀਏ ਹੱਸਣ ਲੱਗਦੇ। ਦੋਵਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਨਿੰਮੋ ਨੂੰ ਰੋਟੀ ਮਿਲਦੀ ਸੀ, ਰੁੱਗੇ ਨੂੰ ਤੀਵੀਂ। ਨਿੰਮੋ ਆਖਦੀ, ਮੈਨੂੰ ਤੂੰ ਕੋਈ ਹੋਰ ਲੱਗਦਾ ਹੀ ਨਹੀਂ। ਉਸੇ ਵੇਲੇ ਜਮਾਂ ਹੀ ਧੋਖੇ ਦਾ ਰੂਪ ਹੁੰਨਾ। ਸੱਚ ਜਾਣ, ਤੇਰਾ ਚਿਹਰਾ ਬਦਲ ਜਾਂਦਾ। ਉਹੀ ਨੱਕ, ਉਹੀ ਅੱਖਾਂ, ਉਹੀ ਮੱਥਾ, ਹੱਥ ਪੈਰ ਵੀ ਉਹੀ, ਸਾਰਾ ਕੁਛ ਉਸੇ ਦਾ। ਰੁੱਗਾ ਗੱਲ ਕਰਦਾ ਨੀਵੀਂ ਪਾ ਲੈਂਦਾ। ਖਿਆਲਾਂ 'ਚ ਗੜੂੰਦ ਉਹਨੂੰ ਆਪਣੀ ਔਰਤ ਯਾਦ ਆਉਣ ਲੱਗਦੀ। ਉਹ ਵੀ ਇਸੇ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਅਜੀਬ ਗੱਲਾਂ ਕਰਿਆ ਕਰਦੀ। ਆਖਦੀ ਹੁੰਦੀ, ਸਹੁੰ ਭਾਈ ਦੀ ਰੁੱਗਿਆ, ਮੈਨੂੰ ਤੇਰੇ ਵਿੱਚ ਦੀ ਸਾਹ ਆਉਂਦਾ, ਤੈਨੂੰ ਮੇਰੇ ਸਾਰੇ ਦੇ ਸਾਰੇ ਨੂੰ ਨਿਗਲ ਲਵਾਂ। ਬਸਤੀ ਦੇ ਲੰਡਰ ਮੁੰਡੇ ਵੀ ਨਿੰਮੋ ਦੇ ਘਰ ਗੇੜਾ ਮਾਰਦੇ। ਕਦੇ ਕੋਈ ਆਉਂਦਾ, ਕਦੇ ਕੋਈ। ਜਿਹੜਾ ਵੀ ਆਉਂਦਾ ਖਾਸਾ ਚਿਰ ਨਿੰਮੋ ਦੇ ਵਿਹੜੇ 'ਚ ਬੈਠਾ ਰਹਿੰਦਾ, ਗੱਲਾਂ ਮਾਰਦਾ। ਪਰ ਉਹ ਅਸਲੀ ਗੱਲ ਤੇ ਆਉਂਦੀ ਆਉਂਦੀ ਤਿਲਕ ਜਾਂਦੀ। ਉਹਦਾ ਸੁਭਾਅ ਕੂਲਾ ਸੀ। ਭੁਲੇਖਾ ਪੈਂਦਾ ਜਿਵੇਂ ਹਰ ਕੋਈ ਉਹਨੂੰ ਆਪਣੇ ਵੱਸ 'ਚ ਕਰ ਸਕਦਾ। ਕੋਈ ਅੰਦਰ ਬੈਠਾ ਹੁੰਦਾ, ਉਹ ਦਰਵਾਜ਼ੇ ਦਾ ਬਾਰ ਖੁੱਲ੍ਹਾ ਰੱਖਦੀ। ਸਾਹਮਣੇ ਵਿਹੜੇ 'ਚ ਬੈਠਦੀ। ਕੋਈ ਉੱਠਣ ਵਿੱਚ ਹੀ ਨਾ ਆਉਂਦਾ ਤਾਂ ਉਹ ਭਾਂਡਾ ਟੀਂਡਾ ਖੜਕਾਉਣ ਲੱਗਦੀ। ਬੌਕਰ ਲੈ ਕੇ ਵਿਹੜਾ ਸੰਭਰਦੀ ਫਿਰਦੀ। ਮੁੰਡੇ ਆਉਣੋਂ ਹਟਦੇ ਨਹੀਂ ਸੀ। ਉਹ ਵੀ ਕਿਸੇ ਨੂੰ ਰੁੱਖਾ ਬੋਲ ਕੇ ਵਰਜਦੀ, ਟੋਕਦੀ ਨਹੀਂ ਸੀ। ਉਹਦੇ ਅੰਦਰ ਡਰ ਬੈਠ ਗਿਆ ਸੀ, ਇਹ ਮੁੰਡੇ ਕਿਤੇ ਉਹਨੂੰ ਮੂੰਹ ਖਰਾਬ ਨਾ ਕਰਨ ਲੱਗ ਪੈਣ। ਉਹ ਸੋਚਦੀ, ਆਉਂਦੇ ਨੇ, ਮੂੰਹ ਦੀ ਮਗਜਾਲੀ ਮਾਰ ਕੇ ਵਗ ਜਾਂਦੇ ਨੇ, ਉਹਦਾ ਕੀ ਲੈ ਜਾਂਦੇ ਆ। ਇਹ ਹਿੰਮਤ ਕਿਸੇ ਦੀ ਨਹੀਂ ਸੀ ਕਿ ਉਹ ਉਹਦੀ ਬਾਂਹ ਮੱਲੋ ਜੋਰੀ ਫੜ ਲਏ। ਤੇ ਫਿਰ ਮੁਹੱਲੇ 'ਚ ਇਹ ਚਰਚਾ ਆਮ ਹੋ ਗਈ ਕਿ ਉਹ ਬਦਕਾਰ ਔਰਤ ਹੈ, ਮੁੰਡਿਆਂ ਨੂੰ ਖਰਾਬ ਕਰਦੀ ਹੈ। ਘਰ ਦਾ ਕੰਮ ਛੱਡ ਕੇ ਮੁੰਡੇ ਉਹਦੇ ਅੰਦਰ ਵੜੇ ਰਹਿੰਦੇ ਆ। ਕੋਈ ਕਹਿੰਦਾ ਸੀ, ਕੱਢੋ ਇਹਨੂੰ ਇੱਥੋਂ, ਧੀਆਂ ਭੈਣਾਂ ਵਾਲੇ ਆ, ਕੀ ਅਸਰ ਪੈਂਦਾ ਹੋਊ। ਹੋਰ ਕੋਈ ਆਖਦਾ ਏ ਕਿ ਕਿਸੇ ਨੂੰ ਆਪ ਸੱਦ ਕੇ ਲਿਆਉਂਦੀ ਹੈ। ਜਿਹਨੂੰ ਬੁਰਾ ਲੱਗਦਾ ਨਾ ਜਾਣ ਦੇਵੇ ਭਾਈ ਆਪਦੇ ਮੁੰਡੇ ਨੂੰ ਇਹਦੇ ਕੋਲ। ਖੁੱਲੀ ਬੁੱਕੜ ਵਾਲਾ ਕੋਈ ਰੁੱਗੇ ਨੂੰ ਮੱਤਾਂ ਦੇਣ ਲੱਗਦਾ, ਉਹ ਕੰਜਰ ਦਿਆ ਬਾਹਮਣਾ, ਉਹ ਤੇਰੇ ਹੱਥਾਂ 'ਚੋਂ ਗਈ ਖੜੀ ਹੈ, ਉਹਨੂੰ ਆਖਦਾ ਕਿਉਂ ਨਹੀਂ ਅੰਦਰਲਾ ਕੁੰਡਾ ਲਾ ਕੇ ਰੱਖਿਆ ਕਰੇ। ਕਤੀੜ ਅੰਦਰ ਬਾੜੀ ਰੱਖਦੀ ਹੈ, ਇੱਕ ਨਿਕਲਦਾ ਦੂਜਾ ਜਾ ਵੜਦਾ। ਰੁੱਗਾ ਹੱਸ ਪੈਂਦਾ। ਆਪਾਂ ਕੀ ਉਹਦੇ ਨਾਲ ਫੇਰੇ ਲਏ ਹੋਏ ਆ, ਆਪਦੇ ਬਰਮ 'ਚ ਜੋ ਮਰਜ਼ੀ ਕਰੇ, ਆਪਾਂ ਨੂੰ ਕੀ, ਵਿੱਚੇ ਆਪਣੀ ਗੁੱਲੀ ਰੁੜੀ ਜਾਂਦੀ ਹੈ। ਉਹ ਸਾਲਿਆ ਮੇਰਿਆ, ਕਾਠੀ ਪਾਉਣੀ ਐ, ਸਵਾਰ ਕੇ ਪਾ ਜਾਂ ਛੱਡ ਖਹਿੜਾ। ਸਵਾਰ ਕੇ ਕਿਵੇਂ? ਰੁੱਗਾ ਹੱਸ ਰਿਹਾ ਹੁੰਦਾ। ਉਹਨੂੰ ਆਖ, ਵੱਢ ਦੂੰ ਲੱਤਾਂ ਜੇ ਮੇਰੇ ਬਗੈਰ ਕਿਸੇ ਨਾਲ ਕਲਾਮ ਕੀਤੀ। ਇੰਨਾ ਵੀ ਨਹੀਂ ਕਰ ਸਕਦਾ ਉਹ, ਇਹ ਨਰ ਤੀਵੀਂ ਐ, ਕਿੰਨਾ ਕੋਈ ਆਖੀ ਜਾਵੇ, ਮੂੰਹ ਦੀ ਭੁਕਾਈ ਮਾਰੀ ਜਾਵੇ, ਇਹ ਇਹੋ ਜਿਹੀ ਨਹੀਂ। ਰੁੱਗਾ ਅੱਖਾਂ 'ਚ ਗਹਿਰ ਭਰ ਕੇ ਜਵਾਬ ਦਿੰਦਾ। ਸਾਰਾ ਮਹੱਲਾ ਤਰਾਹ ਕਰਦਾ। ਕੀ ਤਰਾਹ ਕਰਦਾ? ਜੋ ਇਹ ਕਰਦੀ ਹੈ। ਕੀ ਕਰਦੀ ਹੈ? ਤੈਨੂੰ ਨਹੀਂ ਪਤਾ? ਸਭ ਪਤਾ, ਮੈਨੂੰ ਸਭ ਦੱਸਦੀ ਹੈ। ਇਹ ਕੌਣ ਆਇਆ, ਕੀ ਗੱਲਾਂ ਕਰਕੇ ਗਿਆ, ਕਿਹੜੇ ਦੀ ਅੱਖ ਕਿੰਨੀ ਮੈਲੀ ਹੈ। ਫੇਰ ਇਹ ਰੋਕੇ ਉਹਨਾਂ ਨੂੰ। ਇੱਕ ਦਿਨ ਇਹ ਵੀ ਹੋ ਜੂ। ਕੀ ਹੋ ਜੂ? ਇਹ ਵੀ ਦੇਖ ਲਈ, ਤੇਰੇ ਸਾਹਮਣੇ ਹੋਊ। ਰੁੱਗੇ ਦਾ ਰਹੱਸ ਅਗਲੇ ਦੀ ਸਮਝ ਤੋਂ ਪਰੇ ਹੁੰਦਾ। 3 ਦਿਨਾਂ ਤੋਂ ਰੁੱਗਾ ਤੇ ਨਿੰਮੋ ਬਸਤੀ 'ਚ ਨਹੀਂ ਸੀ। 3 ਦਿਨ 3 ਰਾਤਾਂ ਉਹਨਾਂ ਦੇ ਘਰਾਂ ਨੂੰ ਬਾਹਰੋਂ ਜੰਦਰੇ ਲੱਗੇ ਰਹੇ। ਉਹ ਆਏ ਤਾਂ ਬਸਤੀ 'ਚ ਸਭ ਦੇ ਦੰਦ ਜੁੜੇ ਦੇ ਜੁੜੇ ਰਹਿ ਗਏ। ਉਹ ਪਤੀ ਪਤਨੀ ਬਣ ਕੇ ਆਏ ਸੀ। ਦੂਰ ਕਿਧਰੇ ਜਾ ਕੇ ਕਿਸੇ ਮੰਦਰ 'ਚ ਰੁੱਗੇ ਨੇ ਨਿੰਮੋ ਨਾਲ ਫੇਰੇ ਪੜਵਾ ਲਏ ਸੀ। ਉਹ ਅੱਜ ਆਏ ਤੇ ਕੱਲ ਨੂੰ ਦੋਵੇਂ ਘਰਾਂ ਵਿਚਕਾਰਲੀ ਕੰਧ ਨਹੀਂ ਸੀ। ਦੋਵੇਂ ਘਰਾਂ ਦਾ ਇੱਕ ਬਣਿਆ ਪਿਆ ਸੀ। ਗਲੀ ਦੀਆਂ ਤੀਵੀਆਂ ਨਿੰਮੋ ਕੋਲ ਗਈਆਂ। ਉਹਨਾਂ ਨੇ ਹੱਸ ਸਾਰੀ ਗੱਲ ਦੱਸੀ।
ਰੁੱਗਾ ਵੀ ਚੰਬਲ ਸਭ ਦੱਸ ਰਿਹਾ ਸੀ। ਤੇ ਫਿਰ ਇੱਕ ਦਿਨ, 2 ਦਿਨ, ਤੀਜੇ ਦਿਨ ਨੂੰ ਬੇਥਵੀਆਂ ਗੱਲਾਂ ਦਾ ਧੂੰਆਂ ਉੱਠਣ ਲੱਗਿਆ। ਵੱਡੀ ਉਮਰ ਦੇ ਬੰਦੇ ਲਾਹਨਤਾਂ ਪਾ ਰਹੇ ਸੀ। ਆਖੇ ਉੱਚੀ ਜਾਤ ਦੇ ਘਰ ਜਨਮ ਲੈ ਕੇ ਇਹ ਕੀ ਕੀਤਾ ਸਹੁਰੇ ਨੇ। ਕੋਈ ਆਖਦਾ ਸੀ ਇਹਦਾ ਕਲੰਕ ਖੱਟ ਲਿਆ ਰੁੱਗੇ ਨੇ, ਕੱਲ ਨੂੰ ਆਪਣੇ ਚੋਂ ਹੋਰ ਕੋਈ ਕਰੂ ਇਉਂ ਹੀ। ਇਹੀ ਤਾਂ ਹੈ, ਧਰਮ ਕਿੱਥੇ ਰਹਿ ਗਿਆ ਬੰਦੇ ਦਾ। ਪੱਟੀ ਮੇਸ ਵਾਲਾ ਜਾਤ ਕੁਜਾਤ ਤਾਂ ਦੇਖ ਲੈਂਦਾ, ਗੰਦਾ ਖਾਣਾ ਸੀ ਹੋਰ ਕਿਧਰੇ ਖਾ ਲੈਂਦਾ, ਆਪਦੀ ਬਰਾਦਰੀ ਦੀਆਂ ਕਿਹੜਾ ਮੁੱਕ ਗਈਆਂ ਸੀ। ਇਹਨੂੰ ਕੱਢੋ ਯਾਰ ਮਹੱਲੇ ਚੋਂ, ਜਾ ਬਈ ਲੈ ਜਾ ਆਪਦੀ ਨੂੰ, ਕਿਸੇ ਨੇ ਤੱਤਾ ਬੋਲ ਕੱਢਤਾ। ਠੀਕ ਹੈ, ਇਹਨੇ ਤਾਂ ਲਾਜ ਲਾਤੀ ਆਪਦੀ ਕੁੱਲ ਨੂੰ, ਮਹੱਲੇ 'ਚ ਰਹਿਣ ਦਾ ਹੁਣ ਇਹਦਾ ਕੋਈ ਹੱਜ ਨਹੀਂ। ਦੇਖੇ ਕੋਈ ਕਿਵੇਂ ਕੰਨ ਤੇ ਜਨੇਊ ਜਿਹਾ ਟੰਗੀ ਫਿਰੂ ਸਾਲਾ ਮੇਰਾ। ਰਹਿਤ ਮਰਿਆਦਾ ਤਾਂ ਪੂਰੀ ਰੱਖਦਾ ਹੈ ਆਪਦੀ ਜਾਨ 'ਚ, ਤੇ ਕਰਤੂਤ ਸਾਹਮਣੇ ਹੈ। ਗੱਲਾਂ ਕਰਨ ਵਾਲੇ ਉੱਚਾ ਹੱਸਣ ਲੱਗੇ। ਦੌਲੀ ਬੁੜਾ ਖਾਸੇ ਚਿਰ ਦਾ ਸਭ ਦੀਆਂ ਸੁਣੀ ਜਾਂਦਾ ਸੀ। ਬੋਲਿਆ, ਰੁੱਗੇ ਦੇ ਤਾਂ ਪੈਰ ਧੋ ਪੀਓ ਭਾਈ। ਦੌਲਤ ਰਾਮਾ, ਇਹ ਕਿਵੇਂ? ਉਹਦੀ ਗੱਲ ਤੇ ਸਾਰੇ ਹੈਰਾਨ ਸੀ। ਪਰਉਪਕਾਰੀ ਕੰਮ ਕੀਤਾ ਰੁੱਗੇ ਨੇ। ਦੌਲੀ ਗੰਭੀਰ ਹੋ ਕੇ ਬੋਲ ਰਿਹਾ ਸੀ। ਪਰਉਪਕਾਰ? ਸੁਣ ਲਓ ਬਈ। ਹਾਸੇ ਦੇ ਫੁਹਾਰੇ ਅਸਮਾਨੀ ਚੜ ਗਏ। ਲਾਲਾ ਜੀ ਹੋਸ਼ ਚੋਂ, ਕਿਸੇ ਨੇ ਦੌਲੀ ਬੁੜੇ ਦੀ ਬਾਂਹ ਫੜੀ। ਉਹਨੇ ਮੁੰਡੇ ਬਚਾ ਲਏ। ਮੁੰਡੇ ਬਚਾ ਲਏ? ਹਾਂ, ਹੁਣ ਉਹ ਰੁੱਗੇ ਦੀ ਘਰ ਵਾਲੀ ਹੈ, ਆਪੇ ਨਿਗਾਹ ਰੱਖੂ ਉਹਦੀ। ਮੁੰਡੇ ਬਚ ਗਏ। ਮਹੱਲੇ ਤਾਂ ਪਰਉਪਕਾਰ ਕੀਤਾ ਇੱਕ ਤਰ੍ਹਾਂ ਦਾ ਰੁੱਗੇ ਨੇ। ਸੋਚ ਕੇ ਦੇਖੋ, ਦੌਲੀ ਦੀ ਗੱਲ ਵਾਕਿਆ ਹੀ ਸੋਚਣ ਵਾਲੀ ਸੀ। ਧੰਨਵਾਦ। ਰਾਮ ਸਰੂਪਨਖੀ ਦੀ ਕਹਾਣੀ ਹੈ। ਇੱਕ ਕੁੜੀ ਸੁਸ਼ਮਾ। ਉਸ ਦਿਨ ਮੈਂ ਇਕੱਲੀ ਸੀ। ਮਾਲਵਾ ਸਿਨੇਮਾ ਚੋਂ ਦੁਪਹਿਰ ਦਾ ਸ਼ੋਅ ਦੇਖ ਕੇ ਸਟੇਟ ਬੈਂਕ ਵੱਲ ਜਾ ਰਹੀ ਸੀ। ਪੈਦਲ ਹੀ ਮਾਲ ਰੋਡ ਤੇ ਫੁੱਟਪਾਥ ਤੇ ਲੱਗੇ ਗੁਲਮੋਹਰ ਦੇ ਅੰਗਿਆਰਾਂ ਵਰਗੇ ਲਾਲ ਫੁੱਲ ਮੈਨੂੰ ਚੰਗੇ ਚੰਗੇ ਲੱਗ ਰਹੇ ਸੀ। ਫੁੱਟਪਾਥਾਂ ਤੇ ਤੁਰੀ ਜਾ ਰਹੀ ਸੀ। ਮੈਂ ਉਹਨਾਂ ਫੁੱਲਾਂ ਨੂੰ ਸੁਵਾਰ ਕੇ ਦੇਖਣ ਲਈ ਕਦੇ ਕਦੇ ਠਹਿਰ ਜਾਂਦੀ, ਉਹਨਾਂ ਦੀ ਸੁਰਖੀ ਧੁਰ ਰੂਹ ਤੱਕ ਉਤਰ ਜਾਏ। ਇੱਕ ਮੋਟਰਸਾਈਕਲ ਮੇਰੇ ਕੋਲ ਦੀ ਤੇਜ਼ ਭੁਖੀਲ ਵਾਂਗ ਚੀਖਦਾ ਲੰਘ ਗਿਆ। ਇੱਕ ਵਾਰ ਤਾਂ ਮੇਰਾ ਦਿਲ ਜ਼ੋਰ ਦੀ ਧੜਕਿਆ। ਮੈਂ ਦੇਖਿਆ ਮੋਟਰਸਾਈਕਲ ਤੇ ਕੋਈ ਕੁੜੀ ਸੀ। ਮੋਟਰਸਾਈਕਲ ਚਲਾ ਰਹੀ ਕੋਈ ਵੀ ਕੁੜੀ ਮੈਨੂੰ ਬਹੁਤ ਭਿਆਨਕਤਾ ਦਾ ਅਹਿਸਾਸ ਦੇ ਜਾਂਦੀ ਹੈ। ਮੇਰੇ ਕੋਲ ਦੀ ਤੇਜ਼ ਦੌੜੀ ਜਾ ਰਹੀ, ਉਹ ਮੇਰੇ ਵੱਲ ਝਾਕੀ ਵੀ। ਪਰ ਉਹ ਇਹ ਕੀ, ਉਹ ਤਾਂ ਥੋੜੀ ਦੂਰ ਜਾ ਕੇ ਵਾਪਸ ਮੁੜੀ ਆ ਰਹੀ ਸੀ। ਮੋਟਰਸਾਈਕਲ ਤੋਂ ਉਤਰ ਕੇ ਦੂਜੇ ਪਾਸੇ ਫੁੱਟਪਾਥ ਤੇ ਉਹਨੇ ਮੈਨੂੰ ਬੁਲਾਇਆ, ਇਹ ਲੜਕੀ। ਮੈਂ ਡਰ ਗਈ। ਉਹਨੇ ਪੁਲਿਸ ਦੀ ਵਰਦੀ ਪਹਿਨੀ ਸੀ। ਪਹਿਲਾਂ ਤਾਂ ਮੈਂ ਸੁੰਨ ਜਿਹੀ ਹੋ ਗਈ। ਇਹ ਪੁਲਿਸ ਵਾਲੀ ਕਿਉਂ ਬੁਲਾ ਰਹੀ ਹੈ ਮੈਨੂੰ? ਮੈਥੋਂ ਕੀ ਕਸੂਰ ਹੋ ਗਿਆ? ਪਰ ਫਿਰ ਦਿਲ ਕਰੜਾ ਕਰਕੇ ਮੈਂ ਉਹਦੇ ਕੋਲ ਜਾਣ ਲਈ ਸੜਕ ਪਾਰ ਕੀਤੀ। ਉਹ ਗੌਰ ਨਾਲ ਮੇਰੇ ਚਿਹਰੇ ਨੂੰ ਦੇਖਣ ਲੱਗੀ, ਜਿਵੇਂ ਕੁਝ ਲੱਭਣਾ ਚਾਹੁੰਦੀ ਹੋਵੇ। ਤੂੰ ਕਿੱਥੋਂ ਦੀ ਰਹਿਣ ਵਾਲੀ ਹੈ? ਉਹਨੇ ਪੁਲਿਸੀ ਰੋਹਬ 'ਚ ਪੁੱਛਿਆ। ਮੋਗੇ ਸਾਡਾ ਘਰ ਹੈ, ਮੈਂ ਬੇਝਿਜਕ ਕਹਿਤਾ। ਉਹ ਨਿਰਾਸ਼ ਜਿਹੀ ਹੋ ਗਈ, ਪਰ ਫਿਰ ਪੁੱਛਿਆ, ਕਦੇ ਅੰਮ੍ਰਿਤਸਰ ਵੀ ਰਹੀ ਹੈ ਤੂੰ? ਹਾਂ, ਮੈਂ ਕਿਹਾ। ਤੇਰਾ ਨਾਮ ਮਨੋਰਮਾ ਤਾਂ ਨਹੀਂ? ਹਾਂ, ਮੈਂ ਮੁਸਕਰਾ ਕੇ ਜਵਾਬ ਦਿੱਤਾ। ਉਹ ਵੀ ਮੁਸਕਰਾਈ। ਮੈਨੂੰ ਖੁਸ਼ੀ ਹੋਈ ਕਿ ਉਹ ਮੇਰਾ ਨਾਂ ਜਾਣਦੀ ਹੈ, ਪਰ ਇੱਕ ਚਿੰਤਾ ਜਿਹੀ ਵੀ ਕਿ ਪੁਲਿਸ ਵਾਲੀ ਮੇਰਾ ਨਾਂ ਕਿਵੇਂ ਜਾਣਦੀ ਹੈ। ਉਹਨੇ ਮੈਨੂੰ ਮੋਟਰਸਾਈਕਲ ਪਿੱਛੇ ਬੈਠਣ ਲਈ ਕਿਹਾ। ਮੈਂ ਝਿਜਕ ਦਿਖਾਈ ਤਾਂ ਕਹਿੰਦੀ, ਘਬਰਾ ਨਾ, ਤੈਨੂੰ ਕਿਸੇ ਗੈਰ ਥਾਂ ਨਹੀਂ ਲੈ ਜਾਂਦੀ, ਆਪਣੇ ਘਰ ਲੈ ਕੇ ਜਾਵਾਂਗੀ। ਪਰ ਦੱਸੋ ਤਾਂ ਸਹੀ, ਕਿਉਂ ਲੈ ਕੇ ਜਾ ਰਹੇ ਹੋ ਮੈਨੂੰ? ਇਹ ਸਭ ਘਰ ਜਾ ਕੇ ਗੱਲਾਂ ਕਰਾਂਗੀਆਂ, ਕਹਿ ਕੇ ਉਹਨੇ ਮੋਟਰਸਾਈਕਲ ਸਟਾਰਟ ਕਰ ਲਿਆ ਤੇ ਮੈਂ ਇੱਕ ਜਾਦੂ ਜਿਹੇ 'ਚ ਆ ਕੇ ਉਹਦੇ ਮਗਰ ਬੈਠ ਗਈ। ਫੂਲ ਸਿਨੇਮਾ ਵਾਲਾ ਚੌਂਕ ਘੁੰਮ ਕੇ ਉਹ ਲੀਲਾ ਭਵਨ ਵਾਲੀ ਸੜਕ ਪੈ ਗਈ। ਹੁਣ ਉਹ ਮਾਡਲ ਸਿਨੇਮਾ ਵਾਲਾ ਚੌਂਕ ਘੁੰਮ ਕੇ ਲੀਲਾ ਭਵਨ ਵਾਲੀ ਸੜਕ ਤੇ ਆ ਗਈ। ਮਾਲ ਟਾਊਨ ਵੱਲ ਜਾ ਰਹੀ ਸੀ। ਮੈਂ ਸੋਚ ਰਹੀ ਸੀ, ਜਿਵੇਂ ਚਿਹਰਾ ਪਹਿਲਾਂ ਵੀ ਕਿਧਰੇ ਦੇਖਿਆ ਹੋਇਆ। ਉਹਦੀ ਆਵਾਜ਼ ਵੀ ਜਾਣੀ ਪਛਾਣੀ ਜਿਹੀ ਲੱਗ ਰਹੀ ਸੀ, ਪਰ ਇੱਥੋਂ ਪਤਾ ਨਹੀਂ ਲੱਗਦਾ ਸੀ ਕਿ ਉਹ ਹੈ ਕੌਣ, ਮੈਨੂੰ ਕਿਵੇਂ ਜਾਣਦੀ ਹੈ। ਮਾਲ ਟਾਊਨ ਦੀ ਮਾਰਕੀਟ ਲੰਘ ਕੇ ਉਹਨੇ ਇੱਕ ਕੋਠੀ ਅੱਗੇ ਮੋਟਰਸਾਈਕਲ ਖੜਾ ਕੀਤਾ ਤੇ ਮੈਨੂੰ ਅੰਦਰ ਲੈ ਗਈ। ਉਹਦੇ ਕੋਲ 2 ਕਮਰੇ ਹੀ ਸੀ, ਘਰ 'ਚ ਹੋਰ ਕੋਈ ਨਹੀਂ ਸੀ। ਲੱਗਦਾ ਸੀ ਉਹ ਇਕੱਲੀ ਇੱਥੇ ਰਹਿੰਦੀ ਹੋਏਗੀ। ਇੱਕ ਕਮਰੇ 'ਚ ਮੈਨੂੰ ਬਿਠਾ ਕੇ ਉਹ ਦੂਜੇ ਕਮਰੇ 'ਚ ਗਈ। 5-7 ਮਿੰਟਾਂ 'ਚ ਹੀ ਵਰਦੀ ਲਾਹ ਕੇ ਕਮੀਜ਼ ਸਲਵਾਰ ਪਹਿਨ ਕੇ ਆ ਗਈ। ਮੇਰੇ ਮੋਢੇ ਤੇ ਹੱਥ ਧਰ ਕੇ ਕਹਿਣ ਲੱਗੀ, ਹੁਣ ਪਛਾਣਦੀ ਹੈ ਮੈਨੂੰ? ਮੈਨੂੰ ਫੇਰ ਵੀ ਕੁਛ ਯਾਦ ਨਹੀਂ ਆਇਆ। 10 ਸਾਲ ਪਹਿਲਾਂ ਦੀ ਕੋਈ ਪੁਰਾਣੀ ਗੱਲ ਯਾਦ ਹੈ ਤੈਨੂੰ? ਉਹਨੇ ਮੇਰੀਆਂ ਅੱਖਾਂ 'ਚ ਝਾਕ ਕੇ ਪੁੱਛਿਆ। ਕੀ? ਮੈਂ ਫੇਰ ਡੌਰ ਭੌਰ ਸੀ। ਅੰਮ੍ਰਿਤਸਰ ਤੁਹਾਡੇ ਗੁਆਂਢ 'ਚ ਕਤਲ ਹੋਇਆ ਸੀ। ਪੁਲਿਸ ਵਾਲੇ ਤੁਹਾਡੇ ਘਰ ਗੇੜੇ ਮਾਰਦੇ ਰਹੇ ਸੀ। ਤੂੰ 3 ਦਿਨ ਮੰਜੇ ਤੋਂ ਨਹੀਂ ਸੀ ਉੱਠ ਸਕੀ। ਤੇਰੀ ਬੁਰੀ ਹਾਲਤ ਸੀ, ਤੂੰ ਕੂਕਾਂ ਮਾਰ ਉੱਠਦੀ ਸੀ। ਸਵੇਰੇ ਸ਼ਾਮ ਤੇਰਾ ਪਤਾ ਲੈਣ ਇੱਕ ਕੁੜੀ ਆਉਂਦੀ ਹੁੰਦੀ ਸੀ, ਜਿਹਨੂੰ ਦੇਖ ਕੇ ਤੂੰ ਆਪਣਾ ਮੂੰਹ ਛੁਪਾ ਲੈਂਦੀ। ਉਹ ਕੁੜੀ ਭਲਾ ਕੌਣ ਸੀ? ਉਹ ਲਗਾਤਾਰ ਬੋਲਦੀ ਜਾ ਰਹੀ ਸੀ।
ਉਹਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਸਾਹਮਣੇ ਸਾਰਾ ਨਜ਼ਾਰਾ ਆ ਗਿਆ ਤੇ ਉਹ ਕੁੜੀ ਸੁਸ਼ਮਾ ਸੀ। ਮੈਨੂੰ ਲੱਗਿਆ ਇਹ ਸੁਸ਼ਮਾ ਹੀ ਹੈ, ਪਰ ਉਹਦਾ ਚਿਹਰਾ ਤਾਂ ਗੋਲ-ਗੋਲ ਜਿਹਾ ਸੀ, ਮੁਲਾਇਮ ਸੁੰਦਰ ਚਿਹਰਾ। ਉਹਦੀਆਂ ਅੱਖਾਂ ਤਾਂ ਖਿੱਚਾਂ ਪਾਉਂਦੀਆਂ ਸੀ, ਮੋਟੀਆਂ-ਮੋਟੀਆਂ ਗੱਲਾਂ ਕਰਦੀਆਂ ਅੱਖਾਂ। ਉਸ ਕੁੜੀ ਦੀ ਤੋਰ ਤਾਂ ਮਟਕੀਲੀ ਜਿਹੀ ਸੀ। ਇਹ ਚਿਹਰਾ ਤਾਂ ਕਿੰਨਾ ਮਰਦਾਵਾਂ ਜਿਹਾ ਲੱਗਦਾ, ਲੰਬੂਤਰਾ ਜਿਹਾ। ਅੱਖਾਂ 'ਚ ਕੋਈ ਖਿੱਚ ਨਹੀਂ, ਸਗੋਂ ਇੱਕ ਵਹਿਸ਼ਤ ਜਿਹੀ ਝਲਕਦੀ ਹੈ। ਤੋਰ ਨਾ ਮਰਦਾਵੀ ਨਾ ਕੁੜੀਆਂ ਵਾਲੀ। ਹੋ ਸਕਦਾ ਪੁਲਿਸ 'ਚ ਭਰਤੀ ਹੋ ਕੇ ਇਹ ਹੁਣ ਇਹੋ ਜਿਹੀ ਬਣ ਗਈ ਹੋਵੇ। ਤੇ ਫੇਰ ਉਹਨੇ ਖੁਦ ਹੀ ਝੱਟ ਦੇ ਕੇ ਦੱਸਤਾ, ਮੈਂ ਸੁਸ਼ਮਾ ਹਾਂ। ਇੱਕ ਬਿੰਦ ਅਸੀਂ ਦੋਵੇਂ ਚੁੱਪ ਬੈਠੀਆਂ ਰਹੀਆਂ। ਮੈਨੂੰ ਲੱਗਿਆ ਜਿਵੇਂ ਉਹਦੇ ਬਾਵਜੂਦ ਤੋਂ ਪੁਲਿਸ ਵਾਲੀ ਔਰਤ ਦਾ ਖੋਲ ਉਤਰਦਾ ਜਾ ਰਿਹਾ ਹੋਵੇ। ਉਹਦੇ ਚਿਹਰੇ 'ਚ ਉਹੀ ਪੁਰਾਣੀ ਸੁਸ਼ਮਾ ਨਿਕਲਦੀ ਆ ਰਹੀ ਸੀ। ਮੈਨੂੰ ਉਹਦਾ ਮੂੰਹ ਉਦਾਸ ਹੋ ਗਿਆ ਲੱਗਿਆ। ਉਹਦੀਆਂ ਅੱਖਾਂ 'ਚੋਂ ਔਰਤ ਉਤਰਨ ਲੱਗੀ ਸੀ, ਸਦੀਆਂ ਤੋਂ ਦੁੱਖਾਂ ਮਾਰੀ ਔਰਤ। ਉਹ ਉੱਠੀ ਤੇ ਰਸੋਈ ਵੱਲ ਜਾਣ ਲੱਗੀ। ਹੁਣ ਮੈਨੂੰ ਸੱਚਮੁੱਚ ਹੀ ਔਰਤ ਲੱਗ ਰਹੀ ਸੀ ਸੁਸ਼ਮਾ। ਰਸੋਈ 'ਚ ਸਟੋਵ 'ਚ ਹਵਾ ਭਰਨ ਦੀ ਆਵਾਜ਼ ਆਈ। ਉਹ ਚਾਹ ਬਣਾ ਰਹੀ ਹੋਏਗੀ। ਅੰਮ੍ਰਿਤਸਰ ਉਹਨਾਂ ਦਿਨਾਂ 'ਚ ਪਿਤਾ ਜੀ ਕਾਲਜ ਵਿੱਚ ਲਾਇਬ੍ਰੇਰੀਅਨ ਸਨ। ਪੁਤਲੀ ਘਰ ਦੇ ਕੁਆਟਰਾਂ 'ਚ ਅਸੀਂ ਰਹਿੰਦੇ ਸੀ। ਕੁਆਟਰਾਂ ਤੋਂ ਅਲੱਗ ਨੇੜੇ ਸਾਂਝੀਆਂ ਟੱਟੀਆਂ ਬਣੀਆਂ ਸੀ। ਇੱਕ ਰਾਤ ਮੈਨੂੰ ਦਸਤ ਲੱਗੀ ਤੇ ਘੰਟੇ ਬਾਅਦ ਮੈਂ ਜਾਂਦੀ ਸੀ। ਅੱਧੀ ਰਾਤ ਜਾ ਕੇ ਕਿਤੇ ਕੁਛ ਆਰਾਮ ਆਇਆ, ਪਰ ਤੜਕੇ 4 ਵਜੇ ਮੈਨੂੰ ਫੇਰ ਦਰਦ ਉੱਠਿਆ। ਮੈਂ ਕਰਾਹ ਕੇ ਟੱਟੀਆਂ ਵੱਲ ਦੌੜ ਖੜੀ ਹੋਈ। ਨੇੜੇ ਚਾਨਣੀ ਰਾਤ 'ਚ ਮੈਨੂੰ 2 ਪਰਛਾਵੇਂ ਜਿਹੇ ਦਿਸੇ। ਟੱਟੀਆਂ ਤੇ ਟੀਨ ਦੀ ਛੱਤ ਤਾਂ ਸੀ, ਪਰ ਉਹਨਾਂ ਦੀਆਂ ਕੰਧਾਂ ਆਦਮੀ ਦੇ ਮੋਢੇ ਜਿੰਨੀਆਂ ਉੱਚੀਆਂ ਹੀ ਸੀ। ਖੜੇ ਹੋ ਕੇ ਬਾਹਰ ਸਭ ਕੁਝ ਦਿਸਦਾ ਸੀ। ਮੈਂ ਸਹਿਮ ਕੇ ਖੜੀ ਰਹੀ। ਉਹ ਟੱਟੀਆਂ ਦੇ ਹੋਰ ਨੇੜੇ ਆ ਗਏ। ਠੋਡੀ ਤਾਂ ਚੁੱਕ ਕੇ ਮੈਂ ਉਹਨਾਂ ਨੂੰ ਧਿਆਨ ਨਾਲ ਦੇਖਣ ਲੱਗੀ। ਪਛਾਣ ਲਿਆ, ਇੱਕ ਇਹ ਸੁਸ਼ਮਾ ਸੀ, ਇੱਕ ਇਹਦਾ ਪ੍ਰੇਮੀ। ਮੈਂ ਉਹਦੀ ਸ਼ਕਲ ਪਹਿਲਾਂ ਵੀ ਦੇਖੀ ਹੋਈ ਸੀ। ਸ਼ਹਿਰ ਦੇ ਦੂਜੇ ਪਾਸਿਓਂ ਕਿਧਰੋਂ ਆਇਆ ਕਰਦਾ ਸੀ ਤੇ ਮੈਂ ਉਹਨਾਂ ਨੂੰ ਕਈ ਵਾਰ ਸ਼ਹਿਰ ਦੀਆਂ ਉਜਾੜ ਥਾਵਾਂ ਵੱਲ ਜਾਂਦਿਆਂ ਵੇਖਿਆ ਸੀ। ਪੁਤਲੀ ਘਰ ਦੇ ਚੌਕ 'ਚ ਉਹ ਆ ਖੜਦਾ ਸੀ ਤੇ ਸੁਸ਼ਮਾ ਨੂੰ ਉੱਥੇ ਜਾ ਕੇ ਮਿਲਦੀ ਸੀ ਤੇ ਫਿਰ ਉਹ ਕਿਸੇ ਪਾਸੇ ਤੁਰ ਜਾਇਆ ਕਰਦੇ ਸੀ। ਅਸੀਂ ਮੇਰੇ ਹਾਣ ਦੀਆਂ ਕੁੜੀਆਂ ਨੇ ਉਹਨਾਂ ਦੀ ਪੈੜ ਕੱਢ ਲਈ ਹੋਈ ਸੀ। ਟੱਟੀਆਂ ਕੋਲ ਆ ਕੇ ਸੁਸ਼ਮਾ ਨੇ ਉਹਨੂੰ ਖੜਾਇਆ ਹੀ ਸੀ। ਉਹਦੇ ਹੱਥਾਂ ਨੂੰ ਚੁੰਮ ਕੇ ਆਖਿਆ ਸੀ, ਰਾਜੇਸ਼, ਮੈਂ ਇਹਨੂੰ ਖਤਮ ਨਹੀਂ ਕਰਾਂਗੀ। ਇਹ ਤੇਰਾ ਖੂਨ ਹੈ। ਮੈਂ ਇਹਨੂੰ ਇਸ ਸੰਸਾਰ ਤੇ ਲਿਆਵਾਂਗੀ। ਤੂੰ ਵਿਆਹ ਕਰਵਾ ਲੈ ਮੇਰੇ ਨਾਲ। ਸੁਸ਼ਮਾ, ਤੂੰ ਸਮਝਦੀ ਕਿਉਂ ਨਹੀਂ? ਮੇਰੇ ਲਈ ਬਹੁਤ ਔਖਾ ਹੈ। ਪਿਤਾ ਜੀ ਰਿਸ਼ਤੇ ਨੂੰ ਹਾਂ ਕਰੀ ਬੈਠੇ ਐ। ਉਹਨਾਂ ਦਾ ਦਿਲ ਮੈਂ ਨਹੀਂ ਤੋੜ ਸਕਦਾ। ਉਹਨਾਂ ਨੂੰ ਬਹੁਤ ਸੱਟ ਲੱਗੇਗੀ। ਉਹਨਾਂ ਦੇ ਬਹੁਤ ਚੰਗੇ ਦੋਸਤ ਦੀ ਕੁੜੀ ਹੈ ਉਹ। ਤੂੰ ਅਬਾਰਸ਼ਨ ਕਰਵਾ ਲੈ। ਉਹ ਜਿਵੇਂ ਉਹਦੇ ਪੈਰਾਂ 'ਚ ਵਿਛਿਆ ਖੜਾ ਹੋਵੇ। ਤਾਂ ਫਿਰ ਮੇਰੇ ਨਾਲ ਤੇਰਾ ਇਹ ਕੀ ਹੈ? ਸੁਸ਼ਮਾ ਨੇ ਉਹ ਤੋਂ ਵੱਧ ਪਿਘਲ ਕੇ ਪੁੱਛਿਆ। ਆਪਾਂ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ, ਸੱਚਾ ਪਿਆਰ, ਸਾਰੀ ਉਮਰ ਕਰਦੇ ਰਹਾਂਗੇ। ਨਹੀਂ, ਮੈਨੂੰ ਅਜਿਹੇ ਪਿਆਰ ਦੀ ਲੋੜ ਨਹੀਂ। ਮੈਂ ਤੇਰਾ ਬੱਚਾ ਜੰਮਾਂਗੀ। ਮੇਰੇ ਨਾਲ ਵਿਆਹ ਕਰਵਾ ਲੈ, ਨਹੀਂ ਤਾਂ ਤੂੰ ਬੇਵਕੂਫ ਨਾ ਬਣ। ਚੁੱਪ ਕਰਕੇ ਅਬਾਰਸ਼ਨ ਕਰਵਾ ਲੈ। ਹਜ਼ਾਰਾਂ ਕੁੜੀਆਂ ਕਰਦੀਆਂ ਨੇ, ਮੈਂ ਉਹਨਾਂ ਹਜ਼ਾਰਾਂ 'ਚੋਂ ਨਹੀਂ। ਹੋਰ ਫਿਰ ਕੀ ਕਰੇਂਗੀ? ਮੈਂ ਜ਼ਹਿਰ ਖਾ ਕੇ ਮਰ ਜਾਊਂਗੀ। ਸੁਸ਼ਮਾ ਦੇ ਬੋਲਾਂ 'ਚ ਹੁਣ ਦ੍ਰਿੜਤਾ ਸੀ। ਤੂੰ ਹੋਰ ਸੋਚ ਕੇ ਦੇਖ। ਤੇਰਾ ਕੁਝ ਨਹੀਂ ਵਿਗੜਿਆ, ਸਭ ਠੀਕ ਹੈ। ਜਾਏਂਗਾ? ਉਹ ਜਿਵੇਂ ਆਪਣਾ ਪੱਲਾ ਛੁਡਾਉਣਾ ਚਾਹੁੰਦਾ ਹੋਵੇ। ਨਹੀਂ, ਬਿਲਕੁਲ ਨਹੀਂ। ਸੁਸ਼ਮਾ ਨੇ ਆਪਣੇ ਪਿਛਲੇ ਪਾਸੇ ਇੱਕ ਹੱਥ ਕਰਕੇ ਸਲਵਾਰ ਦੇ ਬੰਨ ਵਿੱਚੋਂ ਕੋਈ ਚੀਜ਼ ਕੱਢੀ ਤੇ ਅੱਖ ਝਮਕਣ ਦੀ ਫੁਰਤੀ 'ਚ ਰਾਜੇਸ਼ ਦੀ ਵੱਖੀ 'ਚੋਂ ਖੋਭ ਦਿੱਤਾ। ਇੱਕ ਦੱਬਵੀਂ ਜਿਹੀ ਚੀਖ ਉਹਦੇ ਮੂੰਹ ਨਿਕਲੀ ਤੇ ਉਹ ਧਰਤੀ ਤੇ ਡਿੱਗ ਪਿਆ। ਉਹਦੇ ਦਿਲ ਵਾਲੇ ਪਾਸੇ ਜ਼ੋਰ ਦੀ ਸੁਸ਼ਮਾ ਨੇ ਵਾਰ ਕਰ ਦਿੱਤਾ ਸੀ। ਉਹ ਮੱਛੀ ਵਾਂਗ ਤੜਪ ਰਿਹਾ ਸੀ। ਸੁਸ਼ਮਾ ਜਾ ਚੁੱਕੀ ਸੀ। ਇਹ ਸਭ ਕੁਝ ਦੇਖਦਿਆਂ ਮੇਰੀ ਇੱਕ ਭਿਆਨਕ ਚੀਖ ਨਿਕਲੀ। ਚੀਖ ਜਿਹੜੀ ਸਾਰੇ ਕੁਆਟਰਾਂ ਤੱਕ ਸੁਣੀ ਹੋਏਗੀ ਤੇ ਮੈਂ ਟੱਟੀ ਵਿੱਚ ਹੀ ਗਸ਼ ਖਾ ਕੇ ਡਿੱਗ ਪਈ। ਦਿਨ ਚੜੇ ਮੈਨੂੰ ਕੁਝ ਹੋਸ਼ ਆਈ ਤੇ ਮੈਂ ਆਪਣੇ ਘਰ 'ਚ ਪਲੰਗ ਤੇ ਪਈ ਸਾਂ ਤੇ ਮੈਨੂੰ ਤੇਜ਼ ਬੁਖਾਰ ਚੜਿਆ ਹੋਇਆ ਸੀ। ਪਿਤਾ ਜੀ ਬਿੰਦੇ ਮੈਨੂੰ ਥਰਮਾਮੀਟਰ ਲਾ ਕੇ ਦੇਖ ਰਹੇ ਸੀ। ਮੇਰੇ ਮੱਥੇ ਤੇ ਪਾਣੀ ਪੱਟੀਆਂ ਧਰਦੇ ਜਾ ਰਹੇ ਸੀ। ਦੁਪਹਿਰ ਤੱਕ ਰਾਜੇਸ਼ ਦੀ ਲਾਸ਼ ਚੁੱਕ ਲਈ ਗਈ। ਸਾਰੇ ਮਹੱਲੇ 'ਚ ਗੱਲ ਧੁੰਮੀ ਹੋਈ ਸੀ ਕਿ ਸਤਪਾਲ ਲਾਇਬ੍ਰੇਰੀਅਨ ਦੀ ਕੁੜੀ ਮਨੋਰਮਾ ਨੇ ਇਹ ਕਤਲ ਹੁੰਦਾ ਅੱਖੀਂ ਵੇਖਿਆ। ਪੁਲਿਸ ਵਾਲੇ ਸਾਡੇ ਘਰ ਆਉਂਦੇ ਮੈਨੂੰ ਪਿਆਰ ਨਾਲ ਪੁਚਕਾਰ ਪੁੱਛਦੇ ਕਿ ਉਹ ਕੌਣ ਸੀ ਜਿਹਨੇ ਕਤਲ ਕੀਤਾ। ਮੈਨੂੰ ਜਦੋਂ ਘਟਨਾ ਯਾਦ ਆਉਂਦੀ ਮੈਂ ਚੀਖ ਮਾਰ ਕੇ ਬੇਹੋਸ਼ ਹੋ ਜਾਂਦੀ। ਥੋੜਾ ਮੋਟਾ ਹੋਸ਼ ਵਿੱਚ ਹੁੰਦੀ ਤਾਂ ਇੰਨਾ ਹੀ ਦੱਸਦੀ ਕਿ ਹਨੇਰੇ 'ਚ ਮੈਨੂੰ ਨਹੀਂ ਪਤਾ ਉਹ ਕੌਣ ਸੀ। ਆਦਮੀ ਸੀ, ਔਰਤ ਸੀ, ਉਹ ਪੁੱਛਦੇ। ਇਹ ਵੀ ਨਹੀਂ ਪਤਾ, ਮੈਂ ਜਵਾਬ ਦਿੰਦੀ। ਫਿਰ ਸੀ ਕੌਣ? ਕੀ ਪਤਾ ਕੌਣ ਸੀ? ਸੀ ਜ਼ਰੂਰ ਕੋਈ। ਉਹਨੇ ਛੁਰੇ ਵਰਗੀ ਕੋਈ ਚੀਜ਼ ਉਹਦੇ ਢਿੱਡ 'ਚ ਮਾਰੀ ਸੀ ਤੇ ਫਿਰ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਮੇਰਾ ਹਰ ਵਾਰ ਇਹੀ ਜਵਾਬ ਹੁੰਦਾ।
ਸੁਸ਼ਮਾ ਸਵੇਰੇ ਸ਼ਾਮ ਮੇਰਾ ਪਤਾ ਲੈਣ ਆਉਂਦੀ ਤੇ ਚੁੱਪਚਾਪ ਮੇਰੇ ਚਿਹਰੇ ਵੱਲ ਦੇਖਣ ਲੱਗਦੀ। ਜਦ ਹੀ ਉਹ ਮੇਰੇ ਸਾਹਮਣੇ ਹੁੰਦੀ ਮੈਂ ਆਪਣਾ ਚਿਹਰਾ ਛੁਪਾ ਲੈਂਦੀ। ਉਹ ਬੈਠੀ ਰਹਿੰਦੀ, ਫਿਰ ਚੁੱਪਚਾਪ ਹੀ ਚਲੀ ਜਾਂਦੀ। ਕਈ ਮਹੀਨੇ ਪੁੱਛ ਪੜਤਾਲ ਚੱਲਦੀ ਰਹੀ ਤੇ ਫਿਰ ਪਤਾ ਨਹੀਂ ਉਸ ਮਾਮਲੇ ਦਾ ਕੀ ਬਣਿਆ। ਮੈਨੂੰ ਥਾਣੇ 'ਚ ਨਹੀਂ ਸੱਦਿਆ ਗਿਆ ਸੀ ਤੇ ਫਿਰ ਪਿਤਾ ਜੀ ਅਗਲੇ ਸਾਲ ਰਿਟਾਇਰ ਹੋ ਗਏ। ਅਸੀਂ ਅੰਮ੍ਰਿਤਸਰ ਛੱਡ ਆਏ ਸੀ। ਸੁਸ਼ਮਾ ਚਾਹ ਲੈ ਕੇ ਆਈ, ਪਲੇਟ 'ਚ ਬਿਸਕੁਟਾਂ ਦਾ ਪੈਕਟ ਖੋਲ੍ਹਦੀ ਪੁੱਛਣ ਲੱਗੀ, ਮਨੋਰਮਾ, ਤੂੰ ਮੈਨੂੰ ਜਾਣਦੀ ਸੀ ਉਹ ਤੋਂ ਪਹਿਲਾਂ? ਹਾਂ, ਮੈਂ ਤੁਹਾਨੂੰ ਸੜਕਾਂ 'ਤੇ ਘੁੰਮਦੇ ਦੇਖਿਆ ਹੋਇਆ ਸੀ। ਫਿਰ ਤੂੰ ਪੁਲਿਸ ਕੋਲ ਮੇਰਾ ਨਾਂ ਕਿਉਂ ਨਾ ਲਿਆ? ਮੈਂ ਪੱਕਾ ਫੈਸਲਾ ਕਰ ਲਿਆ ਹੋਇਆ ਸੀ, ਮਰ ਬੇਸ਼ੱਕ ਜਾਵਾਂ ਪਰ ਤੇਰਾ ਨਾਂ ਜ਼ੁਬਾਨ 'ਤੇ ਨਹੀਂ ਲਿਆਉਣਾ। ਤੇ ਫਿਰ ਮੈਂ ਸਵਾਲ ਕੀਤਾ, ਤੂੰ ਉਹਨੂੰ ਮਾਰ ਕਿਉਂ ਦਿੱਤਾ ਸੀ ਸੁਸ਼ਮਾ? ਉਹਦਾ ਇਹੀ ਇਲਾਜ ਸੀ, ਉਹਨੇ ਕਿਹਾ। ਉਹਦੀਆਂ ਅੱਖਾਂ 'ਚ ਹੁਣ ਵੀ ਕੋਈ ਪਛਤਾਵਾ ਨਹੀਂ ਸੀ। ਤੇ ਫਿਰ ਤੂੰ ਵਿਆਹ ਨਹੀਂ ਕਰਾਇਆ? ਵਿਆਹ ਮੇਰੇ ਨਾਲ ਕੌਣ ਕਰਦਾ? ਮੈਂ ਅਬਾਰਸ਼ਨ ਕਰਵਾਈ ਤੇ ਕੁਝ ਮਹੀਨਿਆਂ ਬਾਅਦ ਪੁਲਿਸ 'ਚ ਭਰਤੀ ਹੋ ਗਈ। BA ਤਾਂ ਕਰ ਹੀ ਚੁੱਕੀ ਸੀ। ਮੈਨੂੰ ਮਰਦ ਜ਼ਾਤ ਨਾਲ ਹੀ ਨਫ਼ਰਤ ਹੈ। ਹੁਣ ਇਹੋ ਜਿਹਾ ਕੇਸ ਮੈਨੂੰ ਮਿਲ ਜਾਏ ਤਾਂ ਗਿਣ ਗਿਣ ਕੇ ਬਦਲੇ ਲੈਂਦੀ ਹਾਂ। ਮਰਦ ਤੋਂ ਤਾਂ ਫਿਰ ਉਹਨੇ ਮੈਨੂੰ ਆਪਣੇ ਟੈਚੀ 'ਚੋਂ ਕੱਢ ਕੇ ਉਹੀ ਚਾਕੂ ਵਿਖਾਇਆ, ਤੇਜ਼ ਧਾਰ ਚਾਕੂ, ਕਾਲੇ ਦਸਤੇ ਵਾਲਾ। ਮੈਂ ਉਹਦੀਆਂ ਗੱਲਾਂ ਸੁਣ ਭਿਆਨਕਤਾ ਜਿਹੀ ਮਹਿਸੂਸ ਕਰ ਰਹੀ ਸੀ। ਮੈਂ ਉਹਨੂੰ ਹੋਰ ਕੋਈ ਗੱਲ ਨਾ ਪੁੱਛੀ ਤੇ ਨਾ ਹੀ ਉਹਦੇ ਭਵਿੱਖ ਬਾਰੇ ਕੋਈ ਸੁਝਾਅ ਦੇਣਾ ਚਾਹਿਆ। ਤੂੰ ਕੀ ਕਰਨਾ ਹੀ ਹੈ ਇੱਥੇ ਪਟਿਆਲੇ? ਉਹਨੇ ਪੁੱਛਿਆ। ਇੱਥੇ ਭੂਆ ਜੀ ਨੇ ਉਹਨਾਂ ਨੇ ਇੱਕ ਮੁੰਡੇ ਨਾਲ ਗੱਲ ਚਲਾਈ ਹੋਈ ਹੈ। ਇੱਥੇ ਬੈਂਕ ਵਿੱਚ ਕਲਰਕ ਹੈ ਮੁੰਡੇ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਹੈ, ਮੈਂ ਦੱਸ ਰਹੀ ਸੀ। ਫਿਰ ਕੈਸਾ ਲੱਗਿਆ ਉਹ ਤੈਨੂੰ? ਉਹਨੇ ਇੱਕਦਮ ਪੁੱਛਿਆ। ਬਹੁਤ ਸਵੀਟ, ਕਹਿ ਕੇ ਮੈਂ ਸ਼ਰਮਾ ਗਈ। ਤੂੰ ਵੀ ਉਹਨੂੰ ਪਸੰਦ ਆ ਗਈ? ਸੁਸ਼ਮਾ ਨੇ ਮੇਰਾ ਮੋਢਾ ਝੰਜੋੜਿਆ। ਲੱਗਦਾ ਤਾਂ ਹੈ, ਪਰ ਦੇਖੋ, ਮੈਂ ਕਿਹਾ। ਹਾਂ, ਇਹ ਠੀਕ ਹੈ। ਇਸ਼ਕ ਮੁਸ਼ਕ ਵਾਲਾ ਚੱਕਰ ਬੜਾ ਖਤਰਨਾਕ ਹੁੰਦਾ ਹੈ। ਇਹ ਪਿਆਰ ਵਿਆਰ ਸਭ ਬਕਵਾਸ ਹੈ। ਉਹ ਬਹੁਤ ਕੁਝ ਬੋਲਣਾ ਚਾਹ ਰਹੀ ਹੋਏਗੀ, ਪਰ ਮੈਂ ਉਹਦੇ ਕੋਲੋਂ ਘਰ ਜਾਣ ਲਈ ਇਜਾਜ਼ਤ ਮੰਗੀ। ਉਹ ਮਾਰਕੀਟ ਤੱਕ ਮੇਰੇ ਨਾਲ ਆਈ ਤੇ ਮੈਨੂੰ ਲੋਕਲ ਬੱਸ ਚੜ੍ਹਾ ਗਈ। ਬੱਸ ਵਿੱਚ ਬੈਠੀ ਮੈਂ ਉਹਦੇ ਬਾਰੇ ਕਿੰਨਾ ਹੀ ਕੁਝ ਸੋਚੀ ਜਾ ਰਹੀ ਸੀ। ਮੈਨੂੰ ਉਹਦੇ ਕੋਲੋਂ ਡਰ ਆ ਰਿਹਾ ਸੀ ਤੇ ਉਹਦੇ ਤੇ ਤਰਸ ਵੀ। ਮਨ 'ਚ ਇੱਕ ਫੈਸਲਾ ਜਿਹਾ ਪੁੰਗਰ ਰਿਹਾ ਸੀ ਕਿ ਦੁਬਾਰਾ ਕਦੇ ਵੀ ਸੁਸ਼ਮਾ ਨੂੰ ਨਹੀਂ ਮਿਲਾਂਗੀ। ਧੰਨਵਾਦ।